श्री नानक अंगद गुरु अमरदास पदबंद रामदास अर्जन गुरु बार श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद। जिसमें अमृत ज्ञान है मानक भगत वैराग। श्री गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। दिन संतन को बंदना सिर चरणन पर तारे कंकारा। सतगुरु ते प्रसाद सच होए। वाहिगुरु जी की फतेह विघ्न विनाशन सोए। कंकारा सतगुरु ते प्रसाद सच होए। वाहिगुरु जी की फतेह विघ्न विनाशन सोए। सतनाम श्री वाहिगुरु साहिब जी। परिपंथ से अंदन अरडूरी एक चले आवत बुर उरी। परिपंथ से अंदन अरडूरी एक चले आवत बुर उरी। वाहिगुरु जी का खालसा वाहिगुरु जी की फतेह। धन धन सतगुरु श्री गुरु ग्रंथ साहिब महाराज ਦੀ परम पवित्र सत संगत हजूरी ਦੇ ਅੰਦਰ ਨਵੇਂ ਪਾਤਸ਼ਾਹ श्री गुरु तेग बहादुर साहिब महाराज जी ਦੇ ਮਹਾਨ पावन पवित्र बंदगी अस्थान गुरुद्वारा श्री भोरा साहिब जी विखे सजे होए दीवाना च हाजरियां भर रहे महाराज दे अस्थानां दी यात्रा करके दर्शन दिदारे सेवावां कर रहे गुरु प्यारी खालसा साध संगत जी। कल आपां इतिहास दा प्रसंग इत्थों ताईं श्रवण कीता है। गुरु गोबिंद सिंह महाराज बाल ਸਰੂਪ ਦੇ ਵਿੱਚ ਪਟਨਾ ਸਾਹਿਬ ਤੋਂ ਪੰਜਾਬ ਵਾਸਤੇ ਰਵਾਨਾ ਹੋਣ ਲੱਗੇ ਹਨ। ਤਿਆਰੀ ਹੋਈ ਤੋਂ ਸਿੱਖ ਸੰਗਤਾਂ ਮਹਾਰਾਜ ਦੇ ਕੋਲ ਆਈਆਂ। ਸਤਿਗੁਰੂ ਜੀ ਕੋਈ ਆਪਣੀ ਨਿਸ਼ਾਨੀ ਦੇ ਕੇ ਜਾਓ ਜਿਸ ਕਰਕੇ ਤੁਹਾਡੀ ਅਸੀਂ ਪੂਜਾ ਕਰੀਏ, ਕੋਈ ਸਾਡੀ ਖਾਹਿਸ਼ ਪੂਰੀ ਹੋਵੇ। ਮਹਾਰਾਜ ਨੇ ਆਪਣਾ ਪੰਘੂੜਾ ਦਿੱਤਾ ਬਚਪਨ ਦੇ ਵਿੱਚ ਜਿੱਥੇ ਮਹਾਰਾਜ ਸਾਹਿਬ ਬਿਰਾਜਮਾਨ ਹੁੰਦੇ ਸਨ ਵੀ ਇਹ ਪੰਘੂੜਾ ਹੀ ਹੈ ਸਾਡਾ, ਇਹ ਰੱਖ ਲਓ ਤੁਸੀਂ। ਸੰਗਤਾਂ ਨੂੰ ਤਾਂ ਪੰਘੂੜਾ ਦਿੱਤਾ। ਹੋਰ ਵੀ ਇਤਿਹਾਸ ਪ੍ਰਸੰਗ ਆਉਂਦੇ ਆ। ਰਾਜਾ ਫਤਿਹ ਚੰਦ ਮੈਣੀ ਤੇ ਉਹਦੀ ਘਰੋਂ ਰਾਣੀ ਮੈਣੀ ਜਦੋਂ ਇਹਨਾਂ ਨੇ ਮਹਾਰਾਜ ਦਾ ਤੁਰਨਾ ਸੁਣਿਆ ਤਾਂ ਬੇਹੋਸ਼ ਹੀ ਹੋ ਗਏ। ਸਤਿਗੁਰਾਂ ਨੇ ਆਪ ਫਿਰ ਇਹਨਾਂ ਨੂੰ ਉਠਾਇਆ। ਕਹਿਣ ਲੱਗੇ ਅਸੀਂ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ। ਪਾਤਸ਼ਾਹ ਨੇ ਕਿਹਾ ਵੀ ਨੇਤੀ ਜਿਵੇਂ ਸਾਡੇ ਆਏ ਤੋਂ ਪੂੜੀਆਂ ਬਣਾ ਕੇ ਤੁਸੀਂ ਖਵਾਉਂਦੇ ਸੀ ਹਾਣੀਆਂ ਨੂੰ ਸਾਰਿਆਂ ਨੂੰ ਮੇਰੇ ਸਮੇਤ, ਇਵੇਂ ਜਦੋਂ ਵੀ ਪੂੜੀਆਂ ਦਾ ਲੰਗਰ ਤਿਆਰ ਕਰਕੇ ਸਾਡੇ ਹਾਣੀਆਂ ਨੂੰ ਬੱਚਿਆਂ ਨੂੰ ਖਵਾਇਆ ਕਰੋਗੇ ਤੁਹਾਨੂੰ ਉਹਨਾਂ 'ਚੋਂ ਸਾਡੇ ਵੀ ਦਰਸ਼ਨ ਹੋ ਜਾਇਆ ਕਰਨਗੇ। ਇੱਕ ਕਟਾਰ ਕਿਰਪਾਨ ਤੇ ਚਰਨਾਂ ਦਾ ਜੋੜਾ ਪੁਸ਼ਾਕਾ ਮਹਾਰਾਜ ਨੇ ਇਹਨਾਂ ਨੂੰ ਬਖਸ਼ਿਆ ਸੀ। ਬਹੁਤ ਪਿਆਰ ਰਾਜੇ ਫਤਿਹ ਚੰਦ ਤੇ ਰਾਣੀ ਮੈਣੀ ਨਾ ਜਦੋਂ ਬਾਅਦ 'ਚ ਆਨੰਦਪੁਰ ਸਾਹਿਬ ਵੀ ਗਏ ਸਨ ਗੁਰਾਂ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਤਾਰਾ ਸਰੂਪ ਭੇਜਿਆ ਸੀ ਆਪਣਾ ਦਸਤਖਤ ਕਰਕੇ। ਸੋ ਸਿਵਦੱਤ ਪੰਡਤ ਉਹ ਆਇਆ ਕਹਿੰਦਾ ਮਹਾਰਾਜ ਮੈਂ ਤੁਹਾਡੇ ਦਰਸ਼ਨ ਕਰਦਾ ਸੀ
ਸਾਹਿਬ ਕਹਿੰਦੇ ਵੀ ਜਦੋਂ ਤੂੰ ਪੂਜਾ ਕਰਦਾ ਹੈ ਉਦੋਂ ਸਾਡਾ ਧਿਆਨ ਧਰੀ, ਤੈਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਇਵੇਂ ਰਹੀਮ ਬਖਸ਼ ਕਰੀਮ ਬਖਸ਼ ਨਵਾਬ ਇੱਥੋਂ ਦੇ, ਉਹਨਾਂ ਨੂੰ ਵੀ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਗੱਲ ਕੀ ਸਭ ਜਿਹੜਾ ਆਇਆ ਉਹਨੂੰ ਨਿਹਾਲ ਕੀਤਾ। ਬਿਰਧ ਮਾਈ ਆਈ ਜਿਹਦਾ ਚਰਖਾ ਮਹਾਰਾਜ ਕੱਤਦਿਆਂ ਤੰਦ ਤੋੜ ਦਿੰਦੇ ਸਨ, ਸੂਤ ਖਿਲਾਰ ਦਿੰਦੇ। ਉਹ ਕਹਿਣ ਲੱਗੀ, ਹੇ ਗੁਰੂ ਗੋਬਿੰਦ ਰਾਏ ਜੀ, ਤੁਹਾਡਾ ਨਾਮ ਲੈ ਲੈ ਮੈਂ ਜਿਉਂਦੀ ਸਾਂ, ਵੇ ਹਟ ਜਾ ਵੇ, ਹਾਣੀਆਂ ਨੂੰ ਤੁਹਾਡਿਆਂ ਨੂੰ ਝਿੜਕਦੀ, ਮੈਨੂੰ ਚੰਗਾ ਲੱਗਦਾ ਸੀ, ਹੁਣ ਮੈਂ ਕਿਵੇਂ ਜੀਵਾਂਗੀ ਮਾਂ ਤੁਹਾਡੇ ਬਿਨਾਂ। ਕੌਣ ਆ ਕੇ ਮੇਰੇ ਚਰਖੇ ਦਾ ਤੰਦ ਤੋੜੂਗਾ, ਸੂਤ ਕੌਣ ਖਿਲਾਰੂਗਾ, ਕੋਠੇ ਤੇ ਕੌਣ ਆਪਣੇ ਹਾਣੀਆਂ ਨੂੰ ਲੈ ਕੜ ਕੇ ਤੜਥੱਲੀ ਮਚਾਏਗਾ, ਮੇਰੇ ਵਿਹੜੇ ਦੀਆਂ ਰੌਣਕਾਂ ਖਤਮ ਹੋ ਜਾਣਗੀਆਂ। ਇਹਦਾ ਪਿਆਰ ਵੇਖ ਕੇ ਮਹਾਰਾਜ ਸਾਹਿਬ ਨੇ ਮਾਤਾ ਨੂੰ ਕਿਹਾ, ਮਾਤਾ ਤੂੰ ਨਿਹਾਲ ਹੋਈ, ਤੇਰੇ ਤਾਂ ਸਾਰੇ ਹੁਣ ਦੁੱਖ ਜੰਮਣ ਮਰਨ ਦੇ ਕੱਟੇ ਗਏ। ਤੇ ਜਿੰਨੀ ਕਦੀ ਉਮਰ ਬਾਕੀ ਸੀ ਮਹਾਰਾਜ ਨੇ ਜਾਣ ਕੇ ਉਨੀ ਕੁ ਮਾਇਆ ਦਵਾਤੀ ਖਜ਼ਾਨੇ ਚੋਂ, ਵੀ ਤੈਨੂੰ ਹੁਣ ਚਰਖਾ ਕੱਤਣ ਦੀ ਲੋੜ ਹੀ ਨਹੀਂ ਹੈ, ਘਰ 'ਚ ਬਹਿ ਕੇ ਆਨੰਦ ਮਾਣ। ਇਵੇਂ ਕਰਦਿਆਂ ਕਰਾਉਂਦਿਆਂ ਸਭ ਤਿਆਰੀ ਹੋ ਗਈ। ਗੱਡੇ ਰਥ ਬਲਦ ਪਾਲਕੀਆਂ ਸਵਾਰ ਹੋ ਗਏ, ਸਮਾਨ ਬੰਨ੍ਹ ਲਿਆ ਜੋ ਚਾਹੀਦਾ ਸੀ। ਤੇ ਪਹਿਲੇ ਦਿਨ ਬੜੀ ਸਿੱਖ ਸੰਗਤ ਇੱਥੇ ਜਾ ਕੇ ਟਿਕਾਣਾ ਕੀਤਾ। ਇਸ ਤਰ੍ਹਾਂ ਵੀ ਜ਼ਿਕਰ ਆਉਂਦਾ ਹੈ, ਕਿਤੇ ਗਊ ਘਾਟ ਵਾਲੇ ਸਥਾਨ 'ਤੇ ਟਿਕਾਣਾ ਕੀਤਾ, ਉੱਥੇ ਵੀ ਮਹਾਰਾਜ ਨੇ ਚਰਨ ਆਉਂਦਿਆਂ ਪਾਏ ਸੀ। ਗਊ ਘਾਟ ਬੜੀ ਸਿੱਖ ਸੰਗਤ, ਹਾਂਡੀ ਵਾਲੀ ਸੰਗਤ, ਇੱਦਾਂ ਕਰਕੇ ਵੀ ਅਸਥਾਨ ਹੈ। ਉੱਥੇ ਮਾਈ ਇੱਕ ਨੇ ਮਹਾਰਾਜ ਸਾਹਿਬ ਨੂੰ ਖਿਚੜੀ ਬਣਾ ਕੇ ਖਵਾਈ ਸੀ। ਮਹਾਰਾਜ ਸਾਹਿਬ ਜੀ ਦੇ ਖਿਚੜੀ ਦੀ ਸੇਵਾ ਕਰਨ ਕਰਕੇ ਹਾਂਡੀ ਵਾਲੀ ਸੰਗਤ ਹੀ ਉਹਦਾ ਨਾਮ ਪੈ ਗਿਆ। ਇਵੇਂ ਤੁਰਦਿਆਂ ਮਹਾਰਾਜ ਸਾਹਿਬ ਨੇ ਥੋੜ੍ਹਾ ਨੇੜੇ ਹੀ ਪੜਾ ਕੀਤਾ। ਇੱਕ ਤਾਂ ਤੁਰੇ ਥੋੜ੍ਹਾ ਪਿਛਲੇ ਜੇ ਪੈਰ ਦੇ ਲਾਗੇ ਜੇ, ਤੇ ਦੂਸਰਾ ਨਗਰ ਦੀਆਂ ਸੰਗਤਾਂ ਨੂੰ ਹਾਲਾਂ ਦਰਸ਼ਨ ਦੇਣਾ ਚਾਹੁੰਦੇ ਸਨ। ਸੰਗਤ ਵੀ ਨਾਲ ਹੀ ਹੋ ਤੁਰੀ। ਗਊ ਘਾਟ ਦੇ ਦਰਸ਼ਨ ਦੀਦਾਰ ਵੀ ਸੰਗਤਾਂ ਨੇ ਕੀਤੇ। ਬੜੀ ਸਿੱਖ ਸੰਗਤ ਇੱਥੇ ਰਾਤ ਦੇ ਸਮੇਂ ਟਿਕਾਣਾ ਹੋਇਆ। ਲੰਗਰ ਉੱਥੋਂ ਦੀਆਂ ਸੰਗਤਾਂ ਨੇ ਮਹਾਰਾਜ ਸਾਹਿਬ ਵਾਸਤੇ ਬਹੁਤ ਤਿਆਰ ਕਰਕੇ ਵਰਤਾਇਆ। ਚਾਹੁੰਦੇ ਆ ਵੀ ਮਹਾਰਾਜ ਦੇ ਇੱਕ ਰਾਤ ਹੋਰ ਦਰਸ਼ਨ ਕਰਕੇ ਸੁੱਖ ਮਾਣ ਲਈਏ। ਇਵੇਂ ਪਟਨੇ ਦੀ ਬਹੁਤ ਸੰਗਤ ਮਗਰ ਹੀ ਮਹਾਰਾਜ ਦੇ ਚੱਲ ਕੇ ਆ ਗਈ। ਕਹਿੰਦੇ ਵੀ ਜਿਹੜੇ ਇਹ ਕਦਮ ਆਪਾਂ ਚੱਲ ਰਹੇ ਆ ਨਾ ਗੁਰੂ ਗੋਬਿੰਦ ਸਿੰਘ ਬਾਲ ਸਰੂਪ ਦੇ ਪਿੱਛੇ, ਇੱਕ ਕਦਮ ਤੀਰਥਾਂ ਦੇ ਮਹਾਤਮ ਜਿੰਨਾ ਫਲ ਦਊਗਾ। ਇਵੇਂ ਪਾਤਸ਼ਾਹ ਦੇ ਕੋਲ ਆਏ, ਲੰਗਰ ਤਿਆਰ ਹੋਇਆ, ਭਾਂਤ ਦੇ ਸਿੱਖ ਸੰਗਤਾਂ ਨੇ ਛਕੇ। ਮਹਾਰਾਜ ਦੇ ਭਜਨ ਬਿਲਾਸ ਹੋਏ, ਦਰਸ਼ਨ ਦੀਦਾਰੇ ਕੀਤੇ। ਸੰਗਤ ਨੇ ਕਿਹਾ, ਸਤਿਗੁਰੂ ਜੀ ਅਸੀਂ ਕੀ ਕਰਾਂਗੇ ਆਪ ਤੋਂ ਬਗੈਰ, ਤੁਸੀਂ ਨੇੜੇ ਸੀ, ਕੁਝ ਨਾ ਕੁਝ ਮੰਗ ਲੈਂਦੇ ਸਾਂ, ਹੁਣ ਤਾਂ ਤੁਸੀਂ ਸਾਨੂੰ ਤਿਆਗ ਹੀ ਛੱਡਿਆ। ਸਤਿਗੁਰਾਂ ਨੇ ਕਿਹਾ ਵੀ ਜਿਹੜਾ ਸਾਡਾ ਜਨਮ ਅਸਥਾਨ ਹੈ ਉੱਥੇ ਨਿਤਨੇਮ ਨਾ ਜਾਇਆ ਕਰਿਓ, ਬੈਠ ਕੇ ਕਥਾ ਕੀਰਤਨ ਕਰਿਓ। ਜੋ ਵੀ ਕੋਈ ਇੱਛਾ ਹੋਏਗੀ ਉੱਥੇ ਅਰਦਾਸ ਜਦੋਂ ਕਰੋਗੇ ਸਤਿਗੁਰੂ ਜੀ ਕਹਿੰਦੇ ਤੁਹਾਡੀ ਪੂਰੀ ਹੋਏਗੀ। ਜੰਮਣ ਮਰਨ ਦੇ ਪਾਪ ਹੀ ਕੱਟੇ ਜਾਣਗੇ ਜਨਮ ਅਸਥਾਨ ਦੇ ਦਰਸ਼ਨ ਕਰਨ ਦੇ ਨਾਲ। ਇਸ ਤਰ੍ਹਾਂ ਗਰੀਬ ਨਿਵਾਸ ਸਤਿਗੁਰੂ ਜੀ ਨੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ। ਫਿਰ ਰਾਤ ਦੇ ਸਮੇਂ ਬੜੀ ਸਿੱਖ ਸੰਗਤ ਸਥਾਨ 'ਤੇ ਵਿਸ਼ਰਾਮ ਕੀਤਾ। ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ। ਫਿਰ ਉਪਦੇਸ਼ ਦੇ ਕੇ ਹੁਣ ਕਹਿੰਦੇ ਵੀ ਚੰਗਾ ਵੀ ਅਸੀਂ ਚੱਲਦੇ ਹਾਂ। ਇਵੇਂ ਪਾਲਕੀ ਸਾਹਿਬ ਵਿੱਚ ਮਹਾਰਾਜ ਅਸਵਾਰ ਹੋਏ ਨੇ। ਜਿਵੇਂ ਇੱਥੋਂ ਚੱਲ ਕਰਕੇ ਕਾਂਛੀ ਤੀਕਰ ਪਹੁੰਚਦੇ ਹਨ। ਇਹ ਕਥਾ ਆਪਾਂ ਅੱਜ ਸਰਵਣ ਕਰਾਂਗੇ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਦਾ ਧਰੀਏ ਧਿਆਨ। ਬਾਲ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਕਰਦਿਆਂ ਹੋਇਆਂ ਰਸਨਾ ਕਰੀਏ। ਪਿਤ ਰਾਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਰੇ ਪੰਥ ਸਿਆੰਦਨ ਅਰ ਡੂਰੀ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਤਿਆਰ ਹੋ ਗਏ, ਪਾਲਕੀ ਸਾਹਿਬ ਵਿੱਚ ਅਸਵਾਰ ਹੋਏ ਜਦੋਂ ਬਾਲ ਸਤਿਗੁਰੂ। ਤੇ ਤੁਰਦੇ ਸਮੇਂ ਮਹਾਰਾਜ ਨੇ ਕਿਹਾ ਵੀ ਤੁਸੀਂ ਸਾਰੇ ਵੀ ਹੁਣ ਜਾਓ, ਵਾਪਸ ਆਪਣੇ ਘਰਾਂ ਨੂੰ ਚਲੇ ਜਾਓ, ਪਟਨੇ ਨਗਰ ਦੇ ਵਿੱਚ ਨੂੰ ਚਲੇ ਜਾਓ। ਤੇ ਆਪ ਮਹਾਰਾਜ ਪਾਲਕੀ 'ਚ ਸਵਾਰ ਹੋਏ ਨੇ।
ਮਾਤਾ ਜੀ, ਮਾਤਾ ਨਾਨਕੀ ਜੀ ਰਥ ਤੇ ਸਵਾਰ ਹੋ ਗਏ ਨੇ। ਡੋਲੇ ਵਿੱਚ ਮਾਤਾ ਗੁਜਰੀ ਜੀ ਸਵਾਰ ਹਨ। ਗੱਡਿਆਂ ਦੇ ਉੱਤੇ ਸਾਜੋ ਸਮਾਨ ਗੁਰੂ ਘਰ ਦਾ ਲੱਦਿਆ ਹੈ, ਚੱਲ ਪਏ। ਏਕ ਚਲੀ ਆਵਤ ਗੁਰ ਉਰੀ। ਜਦੋਂ ਹਾਲਾ ਮਹਾਰਾਜ ਸਹਿਜੇ ਸਹਿਜੇ ਸ਼ਹਿਰ ਤੋਂ, ਨਗਰ ਤੋਂ, ਪਟਨੇ ਤੋਂ ਬਾਹਰ ਨਿਕਲ ਹੀ ਰਹੇ ਹਨ, ਇੱਕ ਭਾਵ ਕਿ ਕਈ ਗੁਰਸਿੱਖ ਦੌੜਦੇ ਹੋਏ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਵੀ ਹੋਰ ਦਰਸ਼ਨ ਕਰ ਲਈਏ। ਕਈ ਇੱਕ ਜਿਹੜੇ ਦਰਸ਼ਨ ਕਰਕੇ ਗੁਰਾਂ ਦੀ ਆਗਿਆ ਨਾਲ ਵਾਪਸ ਜਾ ਰਹੇ ਹਨ। ਏਕ ਕਰ ਕਰ ਬੰਧਨ ਮੋਰ ਪਰੀ। ਇੱਕ ਨਮਸਕਾਰਾਂ ਕਰ ਕਰਕੇ, ਵੱਡਾ ਜਿਹਾ ਦਿਲ ਕਰਕੇ ਹੈ ਤਾਂ ਸੰਗਤ ਦੁਖੀ ਹੈ ਵੀ ਮਹਾਰਾਜ ਸਾਹਿਬ ਜੀ ਨੂੰ ਹੁਣ ਜਾਣ ਦਈਏ, ਰੁਕਾਵਟ ਨਾ ਪਾਈਏ, ਪਿੱਛੇ ਘਰਾਂ ਨੂੰ ਮੁੜ ਪਏ ਹਨ। ਜਸ ਉਚਰਤ ਚਿਤਵਤ ਘਰ ਬਰੀ। ਘਰਾਂ ਨੂੰ ਜਾਂਦੇ ਆ ਮਹਾਰਾਜ ਸਾਹਿਬ ਜੀ ਦਾ ਜਸ ਉਚਾਰਦੇ ਜਾਂਦੇ ਨੇ, ਸੋਚਦੇ ਜਾਂਦੇ ਹਨ ਵੀ ਅੱਜ ਸਰੀਰ ਕਰਕੇ ਮਹਾਰਾਜ ਸਾਹਿਬ ਦੇ ਫੇਰ ਦਰਸ਼ਨ ਇੱਥੇ ਸਾਨੂੰ ਹੋਣੇ ਨਹੀਂ ਹਨ। ਏਕ ਦੂਰ ਲਉ ਗੁਰ ਸੰਗ ਆਈ। ਇੱਕ ਕਈ ਦੂਰ ਤੀਕਰ ਪਟਨੇ ਸ਼ਹਿਰ ਤੋਂ ਬਾਹਰ ਵੀ ਆ ਗਏ, ਪਰ ਫਿਰ ਵੀ ਮਹਾਰਾਜ ਦਾ ਸੰਗ ਸਾਥ ਨਹੀਂ ਛੱਡਣਾ ਚਾਹੁੰਦੇ। ਕਈ ਐਸੇ ਬਹੁਤ ਹੀ ਜਿਹੜੇ ਪ੍ਰੇਮੀ ਹਨ, ਉਹ ਦੂਰ ਤੀਕਰ ਸਤਿਗੁਰਾਂ ਦੇ ਨਾਲ ਹੀ ਚੱਲ ਕੇ ਆ ਗਏ। ਕਹਿ ਬਹੁ ਵਾਰੀ ਸਿੱਖ ਹਟਾਈ। ਮਹਾਰਾਜ ਨੇ ਬਹੁਤ ਵਾਰ-ਵਾਰ ਕਹਿ ਕਰਕੇ ਉਹਨਾਂ ਸਿੱਖਾਂ ਨੂੰ ਹਟਾਇਆ ਵੀ ਤੁਸੀਂ ਪਿਛਾਂਹ ਮੁੜ ਜੋ, ਚਲੇ ਜਾਓ ਹੁਣ। ਚਰਨ ਸਪਰਸ ਹੈ ਆਂਸੂ ਗਿਰ ਹੈ। ਜਦੋਂ ਗੁਰੂ ਸਾਹਿਬ ਮੱਲੋ ਮੱਲੀ ਉਹਨਾਂ ਨੂੰ ਕਹਿੰਦੇ ਵਾਪਸ ਜਾਓ, ਗੁਰਾਂ ਦੇ ਚਰਨ ਸਪਰਸ਼ ਕਰਦੇ ਹਨ। ਮਹਾਰਾਜ ਸਾਹਿਬ ਦੇ ਚਰਨਾਂ ਤੇ ਆਂਸੂ ਗੇਰਦੇ ਨੇ, ਵਿਰਾਗ ਵਿੱਚ ਆ ਕੇ ਵੀ ਪਾਤਸ਼ਾਹ ਜੀ ਆ ਤੁਹਾਡੇ ਪਾਵਨ ਚਰਨਾਂ ਤੇ ਫੇਰ ਕਦੋਂ ਸਾਡੀ ਨਮਸਕਾਰ ਹੋਵੇਗੀ। ਇੱਕ ਥਿਰ ਰਹੀ ਏਕ ਹਟ ਹੀ ਰਹੇ। ਇੱਕ ਤਾਂ ਉੱਥੇ ਹੀ ਖਲੋਤੇ ਰਹੇ ਵੀ ਮਹਾਰਾਜ ਸਾਹਿਬ ਜੀ ਜਾ ਰਹੇ ਨੇ, ਉੱਥੇ ਖਲੋ ਕੇ ਵੇਖੀ ਜਾਂਦੇ ਨੇ। ਇੱਕ ਜਿਹੜੇ ਪਿਛਾਂਹ ਨੂੰ ਵੀ ਮੁੜ ਆਏ ਨੇ, ਉਹ ਵੀ ਪਿਛਾ ਭੌਂ ਕੇ ਮੁੜ ਕੇ ਸਤਿਗੁਰਾਂ ਵੱਲ ਹੀ ਵੇਖਦੇ ਹਨ। ਜੋ ਜਿਸ ਜੋਗ ਸੁਜਾਨ ਸੁਜਾਨਾ। ਜਿਹਦਾ ਜਿਸ ਤਰ੍ਹਾਂ ਦਾ ਪ੍ਰੇਮ ਸਤਿਗੁਰਾਂ ਨੇ ਜਾਣਿਆ, ਗੁਰੂ ਗੋਬਿੰਦ ਸਿੰਘ ਜੀ ਨੇ ਸਿਰੂ ਪਾਉ ਦੇਬੂ ਤਿਸ ਥਾਨ। ਉੱਥੋਂ ਸਰਪਾਉ ਦੇ ਕੇ ਸਨਮਾਨ ਕਰਕੇ ਵਾਪਸ ਭੇਜਿਆ। ਸਾਦਰ ਸਗਰੀ ਕਰੀ ਵਿਸਰਜਨ। ਬੜੇ ਸਤਿਕਾਰ ਨਾਲ ਅਖੀਰ ਸਾਰਿਆਂ ਨੂੰ ਵਿਦਿਆ ਕਰਤਾ ਵੀ ਅਸੀਂ ਤਾਂ ਬੜਾ ਲੰਮਾ ਪੈਂਡਾ ਤੈਅ ਕਰਨਾ, ਤੁਸੀਂ ਕਿੱਥੇ ਸਾਡੇ ਨਾਲ ਜਾਓਗੇ। ਉਹ ਸਾਰੇ ਹੀ ਪਿਛਾਂਹ ਨੂੰ ਮੁੜ ਗਏ, ਕਿਉਂਕਿ ਜਦੋਂ ਮਹਾਰਾਜ ਤੁਰਨ ਲੱਗੇ ਸਨ, ਹਾਣੀਆਂ ਨੇ ਬੜਾ ਵੈਰਾਗ ਕੀਤਾ। ਸਤਿਗੁਰੂ ਜਿਹੜੇ ਸਾਹਿਬਾਂ ਦੇ ਨਾਲ ਖੇਡਦੇ ਰਹੇ, ਕਹਿਣ ਲੱਗੇ ਪਹਿਲਾਂ ਸਾਡੇ ਨਾਲ ਪਿਆਰ ਪਾ ਲਿਆ, ਹੁਣ ਮਹਾਰਾਜ ਸਾਨੂੰ ਛੱਡ ਹੀ ਚੱਲੇ। ਕਈ ਤਾਂ ਬੱਚੇ ਐਸੀ ਜਿੱਦ ਕਰਨ ਲੱਗ ਪਏ ਵੀ ਅਸੀਂ ਨਾਲ ਹੀ ਜਾਣਾ। ਮਾਪਿਆਂ ਨੇ ਮਸਾਂ ਹੀ ਹਟਾਇਆ, ਕਹਿੰਦੇ ਉਹਨਾਂ ਵਾਪਸ ਮੁੜ ਕੇ ਥੋੜ੍ਹਾ ਆਉਣਾ। ਜੇ ਸਾਡੇ ਭਾਗ ਚੰਗੇ ਹੁੰਦੇ ਤਾਂ ਇਹ ਜਾਂਦੇ ਹੀ ਕਿਉਂ ਪਟਨੇ ਤੋਂ। ਇਸ ਤਰ੍ਹਾਂ ਕਈਆਂ ਨੂੰ ਮੱਲੋ ਮੱਲੀ ਬਾਹੋਂ ਫੜ ਕੇ ਘਰਾਂ ਦੇ ਵਿੱਚ ਰੱਖਿਆ। ਉਹ ਮਹਾਰਾਜ ਸਾਹਿਬ ਨੂੰ ਨਾਲ ਦੂਰ ਮਿਲਣ ਵੀ ਆਉਣ ਨਹੀਂ ਦਿੱਤੇ ਵੀ ਇਹ ਨਾ ਹੋਵੇ ਵੀ ਫਿਰ ਨਾਲ ਹੀ ਚਲੇ ਜਾਣ, ਵਾਪਸ ਮੁੜਨ ਹੀ ਨਾ। ਇਵੇਂ ਹਰ ਇੱਕ ਦਾ ਆਪਣਾ ਪਿਆਰ ਹੈ, ਹਰ ਇੱਕ ਦੀ ਸਤਿਗੁਰੂ ਸਾਹਿਬ ਵੱਲ ਆਪਣੀ ਆਪਣੀ ਖਿੱਚ ਹੈ। ਅਖੀਰ ਸਤਿਗੁਰਾਂ ਨੇ ਜਦੋਂ ਸ਼ਹਿਰ ਤੋਂ ਕੁਝ ਦੂਰ ਬਾਹਰ ਚਲੇ ਗਏ ਨੇ, ਜੇ ਸਾਰਿਆਂ ਨੂੰ ਵਾਪਸ ਮੋੜ ਦਿੱਤਾ ਵੀ ਹੁਣ ਤੁਸੀਂ ਪਿੱਛੇ ਨੂੰ ਹੀ ਜਾਣਾ ਠੀਕ ਹੈ ਤੁਹਾਡਾ। ਲੱਖ ਸੁਭਾਵ ਔਰ ਹਰਖਤ ਗਾਨ ਜਾਨ। ਤੇ ਸਤਿਗੁਰੂ ਮਹਾਰਾਜ ਸਾਹਿਬ ਦੀ ਆਗਿਆ ਦੇ ਨਾਲ ਜਿਵੇਂ ਗਰੀਬ ਨਵਾਜ਼ ਸਤਿਗੁਰਾਂ ਨੇ ਕਿਹਾ ਵੀ ਹੁਣ ਤੁਸੀਂ ਵਾਪਸ ਜਾਓ, ਸਤਿਗੁਰਾਂ ਦੇ ਦਰਸ਼ਨ ਕਰਕੇ ਲੱਖ ਸੁਭਾਵ ਔਰ ਹਰਖਤ ਗਨ ਜਾਨ। ਕਹਿੰਦੇ ਵੀ ਸੁਭਾਵ ਮਹਾਰਾਜ ਸਾਹਿਬ ਜੀ ਦਾ ਜਾਣ ਕਰਕੇ ਖੁਸ਼ੀ ਵਾਲਾ, ਤਾਂ ਸਾਰੇ ਹੀ ਹਰਖਤ ਗਨ ਜਾਨ ਵਾਪਸ ਤੁਰੇ ਜਾ ਰਹੇ ਹਨ। ਕਰਤ ਪ੍ਰਸ਼ੰਸਾ ਸਦਨ ਸਿਧਾਰੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਪ੍ਰਸ਼ੰਸਾ ਕਰਦਿਆਂ ਹੋਇਆ ਆਪਣੇ ਘਰਾਂ ਨੂੰ ਚਲੇ ਗਏ। ਗੋਰ ਬ੍ਰਿਹੂਤੀ ਦੁਖ ਧੀਰ ਜਟਾਰੀ। ਮਹਾਰਾਜ ਸਾਹਿਬ ਜੀ ਦਾ ਬਿਰਹਾ ਵਿਛੋੜੇ ਕਰਕੇ ਬਹੁਤ ਦੁਖੀ ਵੀ ਹੋਏ ਹਨ। ਗੁਰ ਬ੍ਰਿਹੂ ਤੇ ਦੁਖ ਧੀਰਜ ਟਾਰੇ। ਗੁਰਾਂ ਦੇ ਵਿਛੋੜੇ ਕਰਕੇ ਧੀਰਜ ਦੂਰ ਹੋ ਗਈ ਸੰਗਤਾਂ ਦੀ ਤੇ ਬਹੁਤ ਦੁੱਖ ਮਨਾਇਆ। ਪਟਣੀ ਪੁਰ ਸੰਗਤ ਬਰੀ। ਐਵੇਂ ਮਹਾਰਾਜ ਸਾਹਿਬ ਜੀ ਆਪ ਅੱਗੇ ਨੂੰ ਚਲੇ ਪਏ, ਕਾਂਛੀ ਵਾਲੇ ਰਸਤੇ ਤੇ ਪੈ ਗਏ ਤੇ ਸੰਗਤਾਂ ਸਾਰੀਆਂ ਮੁੜ ਕੇ ਆਈਆਂ, ਪਟਨੇ ਸ਼ਹਿਰ 'ਚ ਪ੍ਰਵੇਸ਼ ਕਰ ਗਈਆਂ। ਘਰ ਘਰ ਸਭਨ ਵਾਰਤ ਕਰੀ। ਸਭ ਨੇ ਆਪੋ ਆਪਣੇ ਘਰਾਂ 'ਚ ਆ ਕਰਕੇ ਇਹੋ ਹੀ ਗੱਲ ਚਲਾਈ ਹੋਈ ਆ। ਕਹਿੰਦੇ ਵੀ ਹੁਣ ਤਾਂ ਪਟਨਾ
ਸ਼ਹਿਰ ਅਜੇ ਇਉਂ ਲੱਗਦਾ ਹੈ ਵੀ ਖਾਲੀ ਜਿਹਾ ਹੀ ਹੋ ਗਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾਣ ਕਰਕੇ। ਸੇਵਕਾ ਪਰ ਗੁਰ ਕੀਨ ਪਿਆਨਾ, ਸਤਿਗੁਰੂ ਸਾਹਿਬ ਪਾਲਕੀ ਵਿੱਚ ਸਵਾਰ ਹੋ ਕੇ ਜਾ ਰਹੇ ਹਨ। ਨਰਨ ਉਠਾਈ ਸਮਗਰੀ ਨਾਨਾ, ਤੇ ਹੋਰ ਵੀ ਜੋ ਗੁਰੂ ਘਰ ਦੀਆਂ ਸਮੱਗਰੀਆਂ ਨਾਨਾ ਤਰ੍ਹਾਂ ਦੀਆਂ ਹਨ, ਸੇਵਕਾਂ ਨੇ ਦਾਸਾਂ ਨੇ ਚੁੱਕੀਆਂ ਹੋਈਆਂ ਨੇ। ਨਾਥ ਨਾਨਕੀ ਸਿਅੰਦਨ ਵਿਖੈ, ਮਾਤਾ ਨਾਨਕੀ ਜੀ ਰਥ ਦੇ ਉੱਤੇ ਸਵਾਰ ਹਨ। ਪੋਤਰੀ ਕਹੁ ਪ੍ਰਤਾਪ ਬੜ ਵਿਖੈ, ਤੇ ਜਾਣਦੇ ਨੇ ਵੀ ਜੋ ਪੋਤਰਾ ਹੈ ਗੁਰੂ ਗੋਬਿੰਦ ਸਿੰਘ ਮੇਰਾ, ਉਹਦਾ ਬੜਾ ਹੀ ਪ੍ਰਤਾਪ ਹੈ ਵੀ ਸਿੱਖ ਸੰਗਤਾਂ ਪ੍ਰਭਾਵ ਮੰਨਦੀਆਂ ਸਭ। ਸ੍ਰੀ ਗੁਜਰੀ ਚਾਲੀ ਚੜ ਡੋਰੀ, ਮਾਤਾ ਗੁਜਰੀ ਜੀ ਵੀ ਡੋਲੇ ਦੇ ਉੱਤੇ ਚੜ ਕੇ ਸਵਾਰ ਹੋ ਕੇ ਚੱਲ ਪਏ। ਗਮਨੇ ਮੁਖ ਕਰ ਪਸ ਚਮ ਉਰੀ, ਪੂਰਬ ਪਹਿਲਾਂ ਪੂਰਬ ਦੇਸ਼ ਵਿੱਚ ਮਹਾਰਾਜ ਸਾਹਿਬ ਰਹਿ ਰਹੇ ਸਨ। ਹੁਣ ਪੂਰਬ ਵੱਲ ਨੂੰ ਪਿੱਠ ਕਰਕੇ ਪੱਛਮ ਵੱਲ ਮੁਖ ਕਰਕੇ ਚੱਲ ਪਏ ਹਨ ਲਹਿੰਦੇ ਵੱਲ। ਕੋਈ ਜਾਮ ਲੋਕੀਨ ਪਿਆਨੂ, ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੋਏ ਜਾਮ ਲਓ ਕੀਨ ਪਿਆਨੂ, 2 ਪੈਰਾਂ ਤੀਕਰ ਲਗਾਤਾਰ ਭਾਵ 6 ਘੰਟੇ ਚੱਲਦੇ ਰਹੇ ਜਦੋਂ ਪਟਨੇ ਤੋਂ ਤੁਰੇ ਹਨ। ਡੇਰਾ ਕਰਿਉ ਟਰਿਉ ਜਬ ਭਾਨੂ, ਜਦੋਂ ਸੂਰਜ ਛਿਪਣ ਦੇ ਨੇੜੇ ਹੋ ਗਿਆ ਉਸ ਵੇਲੇ ਡੇਰਾ ਕੀਤਾ ਹੈ ਵਿਸ਼ਰਾਮ ਕਰਨ ਲਈ। ਖਾਨ ਪਾਨ ਸਗਰੂ ਕਰਵਾਈ, ਮਹਾਰਾਜ ਸਾਹਿਬ ਦੇ ਹੁਕਮ ਨਾਲ ਲੰਗਰ ਭੋਜਨ ਪ੍ਰਸ਼ਾਦੇ ਤਿਆਰ ਹੋਏ, ਸਭ ਨੂੰ ਛਕਾਇਆ ਗਿਆ। ਪਸ਼ੂਨ ਤ੍ਰਿਣ ਦਾਨਾ ਗਨ ਪਾਈ, ਜੋ ਪਸ਼ੂ ਨੇ ਬਲਦ ਘੋੜੇ ਆਦਿਕ ਉਹਨਾਂ ਨੂੰ ਦਾਣਾ ਪੱਠਾ ਜੋ ਵੀ ਪਾਉਣਾ ਸੀ ਸਭ ਆਪ ਨਿਗਰਾਨੀ ਦੇ ਨਾਲ ਪਵਾਇਆ ਹੈ। ਨਿਕਟ ਜੀ ਸਿੱਖ ਸੁਨ ਕਰ ਸਵਿਆਈ, ਜਿੱਥੇ ਮਹਾਰਾਜ ਡੇਰਾ ਕਰਦੇ ਨੇ ਨੇੜੇ ਨੇੜੇ ਜਿੱਥੇ ਕੋਈ ਗੁਰੂ ਦਾ ਸਿੱਖ ਵਸਦਾ, ਉਹਨਾਂ ਨੂੰ ਜਦੋਂ ਪਤਾ ਲੱਗਦਾ ਹੈ ਵੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦੇ ਆਏ ਨੇ, ਮਾਤਾਵਾਂ ਆਈਆਂ ਨੇ, ਉਹ ਦਰਸ਼ਨ ਕਰਨ ਦੇ ਲਈ ਗੁਰਾਂ ਦੇ ਪਾਸ ਪਹੁੰਚਦੇ ਹਨ। ਪਰ ਅਪੂਰਨ ਦਰਸ਼ਨ ਪਾਈ, ਆਪੇ ਢਾਵਾਂ ਅਰਪਣ ਕਰਦੇ ਹਨ ਤੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਦੇ ਨੇ। ਇਸੀ ਰੀਤ ਗੁਰ ਮਾਰਗ ਚਾਲੀ, ਇਸੇ ਰੀਤੀ ਨਾਲ ਹੀ ਮਹਾਰਾਜ ਚੱਲ ਰਹੇ ਨੇ, ਭਾਵ ਕਿ ਸਵੇਰ ਹੋਣ ਤੇ ਸੂਰਜ ਚੜ੍ਹੇ ਤੋਂ ਚੱਲ ਪੈਂਦੇ ਹਨ। ਸੂਰਜ ਢਲਣ ਦੇ ਨੇੜੇ ਪੜਾ ਕਰਕੇ ਡੇਰਾ ਕਰਕੇ ਠਹਿਰ ਜਾਂਦੇ ਹਨ। ਦੇਸ ਵਿਸਰਾਮ ਕਰਹਿ ਸੁਖ ਨਾਲੀ, ਦਿਨ ਦੇ ਸਮੇਂ ਮੰਜ਼ਿਲ ਤੈਅ ਕਰਦੇ ਆ, ਰਾਤ ਸੁੱਖਾਂ ਦੇ ਨਾਲ ਵਿਸ਼ਰਾਮ ਕਰਦੇ ਹਨ। ਦਿਨ ਮਹਿ ਗਮਨ ਹੈ ਮਗ ਜੁਗ ਜਾਮ, ਦਿਨ ਦੇ ਸਮੇਂ 2 ਪੈਰ ਦਾ ਸਮਾਂ ਲਗਾਤਾਰ 6 ਘੰਟੇ ਜਿਹੜੇ ਹਨ ਰਸਤੇ ਤੇ ਚੱਲਦੇ ਹਨ। ਦੇਸ ਸਿੱਖ ਧਾਮ ਨਗਰ ਕੈ ਦਰਾਮ, ਤੇ ਰਾਤ ਜਾਂ ਕਿਸੇ ਨਗਰ ਤੋਂ ਬਾਰ-ਬਾਰ ਜੇ ਕੋਈ ਬਹੁਤਾ ਖਿੱਚ ਕਰੇ ਜਾਂ ਕਿਸੇ ਪ੍ਰੇਮੀ ਸਿੱਖ ਦੇ ਘਰ ਵਿੱਚ ਬਤੀਤ ਕਰਦੇ ਹਨ। ਤਹਿ ਸੁਨਤ ਮਿਲੈ ਮੁਦ ਪਾਈ, ਤੇ ਜਿਹੜਾ ਵੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਦਾ ਹੈ ਆ ਕੇ ਤਹਿ ਤੇ ਸੁਨਤ ਮਿਲੈ, ਉਹ ਸੁਣ ਕੇ ਵੀ ਗੁਰੂ ਸਾਹਿਬ ਆਏ ਨੇ, ਨਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ, ਉਹ ਆ ਕੇ ਮਹਾਰਾਜ ਨੂੰ ਮਿਲਦੇ ਬਹੁਤ ਖੁਸ਼ੀ ਪਾਉਂਦੇ ਹਨ। ਲਖੀਂ ਭਾਗ ਵੱਡ ਪ੍ਰਭ ਢਿਲਿਆ, ਆਪਣੇ ਵੱਡੇ ਭਾਗ ਜਾਣਦੇ ਨੇ ਗੁਰਸਿੱਖ ਵੀ ਪ੍ਰਭੂ ਦਾ ਸਰੂਪ ਮਹਾਰਾਜ ਸਾਡੇ ਨਗਰ 'ਚ ਸਾਡੇ ਨੇੜੇ ਆਏ ਹਨ। ਜਥਾ ਸ਼ਕਤ ਸਭ ਸੀਵ ਕਰੈ, ਜਥਾ ਸ਼ਕਤ ਜਿੰਨਾ ਵੀ ਕਿਸੇ ਦਾ ਬਲ ਪੈਂਦਾ ਹੈ ਸੇਵਾ ਕਰਦੇ ਨੇ ਗੁਰੂ ਮਹਾਰਾਜ ਤੇ ਸਿੱਖਾਂ ਦੀ। ਕਰ ਜੋਰਨ ਪਦ ਪਰ ਸਿਰ ਧਰੈ, ਹੱਥ ਜੋੜ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਰੱਖ ਕੇ ਨਮਸਕਾਰਾਂ ਕਰਦੇ ਹਨ। ਦਿਨ ਪ੍ਰਤ ਕਰਹਿ ਕੂਚ ਮਗ ਚਾਲੈ, ਇਹ ਦਿਨਾਂ ਪ੍ਰਤ ਦਿਨ ਰਸਤੇ ਦੇ ਵਿੱਚ ਮਹਾਰਾਜ ਕੂਚ ਕਰਦਿਆਂ ਹੋਇਆਂ ਚੱਲੀ ਜਾ ਰਹੇ ਨੇ, ਪੰਜਾਬ ਵੱਲ ਜਾਣਾ ਚਾਹੁੰਦੇ ਨੇ, ਆਨੰਦਪੁਰ ਸਾਹਿਬ। ਰੰਗਤ ਆਈ ਪੰਥ ਵਿਸਾਲੈ, ਲੰਘਦਿਆਂ ਕਹਿੰਦੇ ਵੀ ਜਦੋਂ ਬਹੁਤਾ ਹੀ ਪੈਂਡਾ ਤੈਅ ਕਰਕੇ ਆ ਗਏ। ਸੇਵਕੀ ਪੁਰੀ ਮੁਕਤ ਦਾ ਪਾਵਨ, ਜੋ ਸਨਾਤਨ ਧਰਮੀਆਂ ਦੀ ਮੰਨਤਾ ਹੈ ਕਿ ਮੁਕਤੀ ਦੀ ਨਗਰੀ ਹੈ ਜੋ ਸ਼ਿਵ ਜੀ ਦੀ, ਭਾਵ ਕਿ ਕਾਂਸ਼ੀ ਦੇ ਵਿੱਚ ਬਨਾਰਸ ਦੇ ਵਿੱਚ ਵਿਦਿਆ ਵੱਡ ਪੜਨ ਪੜਾਵਨ, ਜਿੱਥੇ ਵੱਡੇ ਵੱਡੇ ਵਿਦਵਾਨ ਵਿਦਿਆ ਪੜ੍ਹਨ ਵਾਲੇ ਅਤੇ ਹੋਰਾਂ ਨੂੰ ਵਿਦਿਆ ਪੜ੍ਹਾਉਣ ਵਾਲੇ ਰਹਿੰਦੇ ਹਨ। ਕੇਤਕ ਦਿਨ ਮੈਂ ਸੋ ਨੇਰਾਈ, ਕੁਝ ਦਿਨ ਜਦੋਂ ਲਗਾਤਾਰ ਚੱਲਦੇ ਰਹੇ ਤਾਂ ਕਾਂਸ਼ੀ ਜਦੋਂ ਨੇੜੇ ਆਈ ਜਾਣ ਲਈ, ਕਹਿੰਦੇ ਵੀ ਮਿਰਜ਼ਾਪੁਰ ਹੈ ਤੋਂ ਪਿੱਛੇ 3 ਕੋਹ ਦੀ ਦੂਰੀ ਤੇ
ਤੇ ਇਥੋਂ ਕਾਂਛੀ ਨੇੜੇ ਹੀ ਹੈ, ਦੂਰੋਂ ਹੀ ਦਿਖਦੀਆਂ ਵੱਡੀਆਂ ਵੱਡੀਆਂ ਅਟਾਰੀਆਂ। ਜਗ ਮਾਤਨ ਸੋ ਕਹਿਤ ਸੁਨਾਈ। ਉੱਥੇ ਮਹਾਰਾਜ ਨੇ ਡੇਰਾ ਕੀਤਾ। ਮਾਤਾ ਨਾਨਕੀ ਤੇ ਗੁਜਰੀ ਜੀ ਨੂੰ ਕਿਹਾ ਸਤਿਗੁਰਾਂ ਨੇ, ਕੇਤਕ ਸਮੈ ਬਸੈ ਇਸ ਨਗਰੀ। ਇਹ ਮਾਤਾ ਜੀ ਕੁਝ ਕੁ ਸਮਾਂ ਆਪਾਂ ਇਸ ਨਗਰੀ ਦੇ ਵਿੱਚ ਵਸ ਕੇ ਰਹਿ ਕੇ ਜਾਵਾਂਗੇ। ਮਹਿ ਮੰਡਲ ਮੈਂ ਮਹਾ ਉਜਗਰੀ। ਆ ਧਰਤੀ ਵਿੱਚ ਜਿਹੜੀ ਨਗਰੀ ਬਹੁਤ ਪ੍ਰਗਟੀ ਆ, ਜਿੱਥੇ ਤੁਸੀਂ ਦੱਸਦੇ ਰਹੇ ਗੁਰੂ ਨਾਨਕ ਦੇਵ ਸਾਹਿਬ ਵੀ ਆਏ ਹਨ, ਪਿਤਾ ਜੀ ਵੀ ਜਿੱਥੇ ਠਹਿਰ ਕੇ ਗਏ ਨੇ। ਗਾਨ ਗੁਣਵੰਤੀ ਦਿਜਤੀ ਆਦ। ਬਹੁਤ ਹੀ ਗੁਣਾਂ ਵਾਲੇ ਕਹਿੰਦੇ ਵੀ ਇੱਥੇ ਬ੍ਰਾਹਮਣ ਵਿਦਵਾਨ ਪੰਡਤ ਰਹਿੰਦੇ ਹਨ। ਵੇਖਦੇ ਆ ਵੀ ਕਿੰਨੀ ਕੁ ਵਿਦਿਆ ਹੈ। ਨਾਨਮ ਰਹਿ ਤਰੈ ਅਹਲਾਦ। ਕਹਿੰਦੇ ਵੀ ਇੱਥੇ ਰਹਿਣ ਵਾਲੇ ਮਨੁੱਖ ਬਹੁਤ ਹੀ ਖੁਸ਼ੀਆਂ ਖੇੜਿਆਂ ਵਿੱਚ ਰਹਿੰਦੇ ਹਨ। ਸੁਨਤ ਨਾਨਕੀ ਪੁੱਤਰੀ ਬਾਣੀ। ਜਦੋਂ ਮਾਤਾ ਨਾਨਕੀ ਜੀ ਨੇ ਆਪਣੇ ਪੋਤਰੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਸੁਣਿਆ ਵੀ ਕੁਝ ਸਮਾਂ ਆਪਾਂ ਇੱਥੇ ਬਤੀਤ ਕਰਨਾ ਹੈ, ਹਰਖਤ ਹੋਇ ਕਰ ਨਿਕਟ ਬਖਾਨੀ। ਬਹੁਤ ਖੁਸ਼ ਹੋ ਕੇ ਕਹਿਣ ਲੱਗੀ ਆਪਣੇ ਪੋਤਰੇ ਨੂੰ, ਪਿਤਾ ਤੁਮਾਰੀ ਗਮਨ ਤੇ ਆਏ। ਕਹਿੰਦੇ ਲਾਲ ਜੀ ਕਿਉਂ ਨਹੀਂ, ਜਿਵੇਂ ਤੁਹਾਡੀ ਮਰਜ਼ੀ ਉਵੇਂ ਹੀ ਅਸੀਂ ਕਰਾਂਗੇ। ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਪੂਰਬ ਪਟਨੇ ਨੂੰ ਜਾ ਰਹੇ ਸੀ, ਉਦੋਂ ਜਾਂਦਿਆਂ ਹੋਏ ਇੱਥੇ ਆਏ ਸਨ। ਹਮ ਸਭ ਸੰਗ ਤਵੈ ਦਰਸਾਈ। ਅਸੀਂ ਵੀ ਉਦੋਂ ਨਾਲ ਹੀ ਸੀ, ਸਾਰਾ ਇੱਥੇ ਦਰਸ਼ਨ ਮੇਲੇ ਕੀਤੇ ਹਨ। ਪ੍ਰੀਤਵਾਨ ਸੰਗਤ ਬਹਾਈ। ਇੱਥੇ ਕਹਿੰਦੇ ਵੀ ਬਹੁਤ ਪਿਆਰ ਵਾਲੀ ਸੰਗਤ ਆਈ ਸੀ। ਜਦੋਂ ਇੱਥੇ ਟਿਕੇ ਆ ਤੇ ਬੜੇ ਪ੍ਰੇਮ ਪਿਆਰ ਵਾਲੀਆਂ ਸੰਗਤਾਂ ਦੇ ਨਾਲ ਮੇਲ ਮਿਲਾਪ ਹੋਇਆ ਸੀ ਸਾਡਾ ਜਾਂਦਿਆਂ। ਕਰਿਓ ਕੀਰਤਨ ਉਰ ਹਰ ਖਾਈ। ਇਹ ਲਾਲ ਜੀ ਸਾਰੀ ਰਾਤ ਹੀ ਜੌਨਪੁਰ ਦੀ ਸੰਗਤ ਆ ਕੇ ਕੀਰਤਨ ਕਰਦੀ ਰਹੀ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਬੜੇ ਖੁਸ਼ ਹੋਏ ਸਨ। ਹੱਥ ਜੂਰ ਰਾਖੀ ਦਿਨ ਕੀਤੀ। ਮਹਾਰਾਜ ਸਾਹਿਬ ਤੁਰਨ ਲੱਗਦੇ ਸਨ ਤਾਂ ਹੱਥ ਜੋੜ ਬੇਨਤੀਆਂ ਕਰ ਕਰਕੇ ਕਈ ਦਿਨ ਕਾਂਛੀ ਦੀ ਸੰਗਤ ਦੇ ਨੇੜੇ ਦੀਆਂ ਸੰਗਤਾਂ ਨੇ ਇੱਥੇ ਟਿਕਾਈ ਰੱਖਿਆ। ਦਿਨ ਪ੍ਰਤ ਦਰਸਤ ਬਹੁ ਸੁਖ ਲੀਤੀ। ਹਰ ਰੋਜ਼ ਹੀ ਦਰਸ਼ਨ ਕਰਕੇ ਬੜਾ ਸੁਖ ਆਨੰਦ ਮਾਣਿਆ ਸੰਗਤਾਂ ਨੇ ਪਹਿਲਾਂ ਵੀ। ਅਬ ਤੁਮ ਕੋ ਮਿਲ ਹੈ ਸਭ ਆਈ। ਤੇ ਲਾਲ ਗੁਰੂ ਗੋਬਿੰਦ ਸਿੰਘ ਜੀ ਹੁਣ ਤੁਸੀਂ ਵੀ ਕਹਿੰਦੇ ਹੋ ਵੀ ਕਾਂਛੀ 'ਚ ਕੁਝ ਦਿਨ ਠਹਿਰਨਾ ਹੈ, ਤਾਂ ਸੰਗਤ ਨੂੰ ਤਾਂ ਬਹੁਤ ਆਨੰਦ ਹੋਵੇਗਾ। ਜਿਵੇਂ ਤੁਹਾਡੇ ਪਿਤਾ ਜੀ ਦੇ ਦਰਸ਼ਨ ਕੀਤੇ, ਤੁਹਾਡੇ ਦਰਸ਼ਨ ਕਰਕੇ ਵੀ ਸੁਖ ਪਾਉਣਗੇ। ਰਹੂ ਆਪ ਜੈਸੀ ਮਨ ਪਾਈ। ਜਿੱਦਾਂ ਤੁਹਾਨੂੰ ਮਨ ਭਾਉਂਦਾ ਜਿੰਨੇ ਦਿਨ ਰਹਿਣਾ ਮਹਾਰਾਜ ਤੁਸੀਂ ਇਸ ਨਗਰੀ ਵਿੱਚ ਰਹਿਣਾ, ਠਹਿਰਨਾ ਕਰੋ। ਯਮ ਬੋਲਤ ਵਿਗਸਤ ਬਹ ਭਾਂਤੀ। ਇਸ ਤਰ੍ਹਾਂ ਦਾਦੀ ਪੋਤੇ ਆਪਸ ਵਿੱਚ ਭਜਨ ਬਿਲਾਸ ਕਰਦੇ ਆ। ਮਾਂ ਬਹੁਤ ਖੁਸ਼ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖ ਕੇ। ਦਾਸਨ ਸਾਥ ਕਰਤ ਬਨ ਤੇ ਫਿਰ ਮਹਾਰਾਜ ਸਾਹਿਬ ਮਾਤਾ ਜੀ ਨਾਲ ਬਚਨ ਕਰਕੇ ਤੇ ਜਿਹੜੇ ਸੇਵਕ ਨੇੜੇ ਸਨ ਉਹਨਾਂ ਨਾਲ ਬਚਨ ਬਿਲਾਸ ਕਰਨ ਲੱਗ ਪਏ। ਕਾਂਚੀ ਵਹਿਰ ਆਈ ਕਰ ਖਰੀ। ਕਾਂਛੀ ਵਹਿਰ, ਕਾਂਛੀ ਤੋਂ ਬਾਰ-ਬਾਰ ਜੇ ਆ ਕਰਕੇ ਕਹਿੰਦੇ ਵੀ ਖਲੋ ਗਏ। ਭਾਵ ਇਹ ਹੈ ਵੀ 3 ਮੀਲ ਉਰੇ ਹੀ ਮਿਰਜ਼ਾਪੁਰ, ਉੱਥੇ 3 ਦਿਨ ਰਹੇ ਸਨ ਮਹਾਰਾਜ। ਉੱਥੇ ਪੜਾ ਕੀਤਾ ਹੈ। ਸਕਲ ਵਹੀਰ ਮਿਲਾਵਨ ਕਰੀ। ਤੇ ਜਿਹੜਾ ਪਿੱਛੇ ਵਹੀਰ ਦੂਰ ਆ ਰਿਹਾ ਸੀ ਉਹਨੂੰ ਵੀ ਆਪਣੇ ਨਾਲ ਮੇਲ ਲਿਆ, ਕਿਉਂਕਿ ਜਦੋਂ ਇਦਾਂ ਦੂਰ ਮੰਜ਼ਲਾਂ ਤੈਅ ਕਰਨੀ ਅੱਗੇ ਪਿੱਛੇ ਹੋ ਜਾਂਦੇ ਹਨ। ਸੰਗਤ ਵਿਖੇ ਜਾਈ ਸੁਧ ਹੋਈ। ਸੰਗਤਾਂ ਨੂੰ ਜਾ ਕਰਕੇ ਖਬਰ ਹੋਈ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਰਿਵਾਰ ਤੇ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਆਏ ਹੋਏ ਹਨ। ਹੋਰ ਤਰ ਹਰਖ ਤਿਆਰ ਸਭ ਕੋਈ। ਬੜੇ ਕਹਿੰਦੇ ਵੀ ਦਿਲ ਵਿੱਚ ਚਾਹ ਦੇ ਨਾਲ ਗੁਰਾਂ ਨੂੰ ਅੱਗੋਂ ਲੈਣ ਵਾਸਤੇ ਤਿਆਰ ਹੋ ਗਏ ਸਿੱਖ ਸੇਵਕ। ਆਗੀ ਆਦਰ ਕੀ ਹਿਤ ਲੈਣ। ਮਹਾਰਾਜ ਨੂੰ ਅੱਗੋਂ ਸਤਿਕਾਰ ਦੇ ਨਾਲ ਲੈਣ ਵਾਸਤੇ। ਸਭ ਗਮਨੀ ਸ਼ਰਧਾ ਮਨ ਭੀਨ। ਜਿਨ੍ਹਾਂ ਦੇ ਮਨ ਸ਼ਰਧਾ ਪ੍ਰੇਮ ਨਾਲ ਭਿੱਜੇ ਹੋਏ ਨੇ ਉਹ ਗੁਰਸਿੱਖ ਸਾਰੇ ਹੀ ਅੱਗੋਂ ਸਤਿਕਾਰ ਨਾਲ ਜਿਉਂ ਆਇਆ ਕਹਿਣ ਵਾਸਤੇ ਚੱਲ ਪਏ। ਮੇਵਨ ਕੀ ਡਾਲੀ ਗਨ ਲੀਨ। ਬਹੁਤ ਮੇਵਿਆਂ ਦੀਆਂ ਫਲਾਂ ਦੀਆਂ ਡਾਲੀਆਂ ਟੋਕਰੀਆਂ ਭਰ ਭਰ ਕੇ ਸਤਿਕਾਰ ਵਜੋਂ ਮਹਾਰਾਜ ਸਾਹਿਬ ਦੇ ਲਈ ਲੈ ਲਈਆਂ ਭੇਟਾ ਦੇਣ ਹਿੱਤ। ਮੂਰਤੀ ਵਹਿਰ ਨਿਕਸਬੋ ਕੀਨ। ਕਾਂਚੀਪੁਰੀ ਤੋਂ ਬਾਰ-ਬਾਰ ਜਿੱਧਰੋਂ ਮਹਾਰਾਜ ਆਏ ਨੇ ਸੰਗਤ ਉੱਥੇ ਆ ਗਈ ਚੱਲ ਕੇ। ਗੁਰ ਕੀ ਸਨਮੁਖ ਸਭ ਚਲ ਆਈ। ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਚੱਲ ਕੇ ਆਣ ਪਹੁੰਚੇ ਹਨ। ਗਾਵਤ ਸ਼ਬਦ ਪ੍ਰੇਮ ਉਮਹਾਈ। ਬੜੇ ਉਮਗਾਈ ਚਾਅ ਉਤਸ਼ਾਹ ਦੇ ਨਾਲ
ਗੁਰਬਾਣੀ ਦੇ ਸ਼ਬਦ ਕੀਰਤਨ ਕਰਦਿਆਂ ਹੋਇਆਂ ਗੁਰਬਾਣੀ ਜੋਟੀਆਂ ਵਿੱਚ ਪੜ੍ਹਦਿਆਂ ਹੋਇਆਂ ਆ ਰਹੇ ਹਨ। ਖਰੀ ਦੂਰ ਜਿਤ ਦੇਸ਼ ਜਬ ਦੇਖੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਦੂਰੋਂ ਹੀ ਕਹਿੰਦੇ ਖਰੇ ਦੂਰ ਜਿਤ ਦਿਸ਼ ਜਬ ਦੇਖੈ। ਜਿਸ ਪਾਸੇ ਮਹਾਰਾਜ ਸਾਹਿਬ ਆ ਰਹੇ ਨੇ ਜਦੋਂ ਦੂਰ ਹੀ ਖਲੋਤੇ ਸਤਿਗੁਰਾਂ ਨੇ ਸਿੱਖ ਸੇਵਕ ਵੇਖੇ। ਭਇਓ ਸਭਨ ਆਨੰਦ ਬਸਿਖੈ। ਭਇਓ ਸਭਨੇ ਆਨੰਦ ਬਸਿਖੈ। ਬਹੁਤ ਹੀ ਆਨੰਦ ਹੋਇਆ ਮਹਾਰਾਜ ਸਾਹਿਬ ਦੇ ਦਰਸ਼ਨ ਕਰਕੇ। ਗੰਗਾ ਜਲ ਤਰ ਕੇ ਪਰ ਪਾਰ। ਗੰਗਾ ਜਲ ਤਰ ਕੇ ਪਰ ਪਾਰ। ਜੋ ਗੰਗਾ ਨਦੀ ਰਸਤੇ ਵਿੱਚ ਆਈ ਉਹ ਪਾਰ ਕਰਕੇ ਗਏ ਗੁਰੂ ਆਗਮਨ ਵਿਚਾਰ। ਕਾਂਛੀ ਦੀ ਸੰਗਤ ਜਿਹੜੀ ਹੈ ਉਹ ਗੰਗਾ ਪਾਰ ਕਰਕੇ ਜਿੱਥੇ ਪਾਰੋਂ ਇੱਧਰ ਪਟਨੇ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਰਹੇ ਸਨ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸਾਰੀ ਸੰਗਤ ਹੀ ਪਾਰ ਪਹੁੰਚ ਗਈ। ਬੰਧਨ ਕਰ ਡੇਰਾ ਕਰਵਾਈ। ਮਹਾਰਾਜ ਸਾਹਿਬ ਜੀ ਨੂੰ ਨਮਸਕਾਰਾਂ ਕੀਤੀਆਂ ਸੋਹਣੀ ਥਾਂ ਤੇ ਡੇਰਾ ਕਰਵਾਇਆ। ਆਗੇ ਮਿਲੇ ਅਪਰ ਸਮੁਦਾਈ। ਤੇ ਅੱਗੇ ਹੋਰ ਵੀ ਸਮੂਹ ਆਣ ਕੇ ਸਤਿਗੁਰੂ ਸਾਹਿਬ ਜੀ ਨੂੰ ਮਿਲ ਪਏ। ਨਿਪਟ ਨਮਰੀ ਸਿਰ ਹੋਈ। ਜਿਹੜਾ ਵੀ ਮਹਾਰਾਜ ਦੇ ਕੋਲ ਆਉਂਦਾ ਹੈ ਨਿਵ ਕੇ ਪਹਿਲਾਂ ਨਮਸਕਾਰ ਕਰਦਾ ਫਿਰ ਹੱਥ ਜੋੜ ਕੇ ਖਲੋਈ ਜਾ ਰਹੇ ਨੇ। ਹੱਥ ਜੋੜ ਕਰ ਦਰਸ਼ਨ ਜੋਈ। ਹੱਥ ਜੋੜ ਜੋੜ ਮਹਾਰਾਜ ਦੇ ਦਰਸ਼ਨ ਕੀਤੇ ਕਾਂਸੀ ਦੀਆਂ ਸੰਗਤਾਂ ਨੇ। ਦੋਹਰਾ ਮਿਲੀ ਕੀਨ ਸਭ ਬੰਦਨਾ। ਸਭ ਨੇ ਮਿਲ ਮਿਲ ਮਹਾਰਾਜ ਸਾਹਿਬ ਜੀ ਨੂੰ ਬੰਦਨਾ ਨਮਸਕਾਰ ਕੀਤੀ। ਸਿੱਖ ਕਰ ਕੇ ਉਰ ਭਾਉ। ਜਿਹੜੇ ਸਿੱਖ ਸੇਵਕ ਸਨ ਬਹੁਤ ਹੀ ਹਿਰਦੇ ਵਿੱਚ ਭਾਵ ਪ੍ਰੇਮ ਕੀਤਾ ਹੈ ਗੁਰੂ ਸਾਹਿਬ ਦੇ ਤਾਈਂ। ਗਨ ਮੇਵੀ ਅਰਪਣ ਕਰੀ। ਬਹੁਤ ਹੀ ਮੇਵੇ ਆਦਿਕ ਪਕਵਾਨ ਮਹਾਰਾਜ ਸਾਹਿਬ ਦੇ ਅੱਗੇ ਅਰਪਣ ਕੀਤੇ। ਫਲ ਫਰੂਟ ਲੈ ਕੇ ਆਏ। ਆਨੰਦ ਹਿਰਦ ਨਾ ਸਮਾਉ। ਇੰਨਾ ਕੁ ਆਨੰਦ ਹੈ ਹਿਰਦੇ 'ਚ ਸਮਾਉਂਦੇ ਹੀ ਨਹੀਂ ਹੈ ਵੀ ਬਹੁਤਾ ਹੀ ਚਾਅ ਚੜਿਆ ਵੀ ਸਾਹਿਬਜ਼ਾਦੇ ਦੀਆਂ ਗੱਲਾਂ ਜਿਹੜਾ ਪਟਨੇ ਤੋਂ ਆਉਂਦਾ ਸੀ ਉਹਦੇ ਕੋਲ ਸੁਣਦੇ ਹੁੰਦੇ ਸਾਂ ਕਦੇ ਵੀ ਗੁਰੂ ਗੋਬਿੰਦ ਸਿੰਘ ਨਾਵੇਂ ਪਾਤਸ਼ਾਹ ਦੇ ਜੋ ਸਾਹਿਬਜ਼ਾਦੇ ਨੇ ਉਹ ਬਹੁਤ ਹੀ ਕਹਿੰਦੇ ਵੀ ਆਨੰਦ ਦੇ ਦੇਣ ਵਾਲੇ ਕੌਤਕ ਕਰਦੇ ਆ। ਹੁਣ ਮਨ ਵਿੱਚ ਚਾਅ ਹੈ ਵੀ ਅੱਜ ਸਾਡੇ ਕੋਲ ਆਏ ਨੇ ਦਰਸ਼ਨ ਕਰਾਂਗੇ। ਕਹਿੰਦੇ ਵੀ ਖੁਸ਼ੀ ਵਿੱਚ ਸਮਾਉਂਦੇ ਹੀ ਨਹੀਂ ਹਨ। ਸਭਨ ਸੰਗ ਹੋਏ ਲਿਆਵਨ ਠਾਨੇ। ਸਾਰਿਆਂ ਨੇ ਮਹਾਰਾਜ ਸਾਹਿਬ ਦੇ ਨਾਲ ਹੋ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਅੱਗੋਂ ਜਾ ਕੇ ਲਿਆਂਦਾ ਕਾਂਛੀ ਵਿੱਚ। ਡੇਰਾ ਕਰਵਾਇਆ ਹੋ ਸ਼ੁਭ ਥਾਨੇ। ਸੋਹਣੀ ਜਗ੍ਹਾ ਦੇ ਵਿੱਚ ਨਗਰ ਤੋਂ ਬਾਹਰ ਸਤਿਗੁਰਾਂ ਦਾ ਡੇਰਾ ਕਰਵਾਇਆ ਗੰਗਾ ਤੋਂ ਪਾਰਲੇ ਪਾਸੇ ਹੀ। ਸੁੰਦਰ ਇੱਕ ਭਯੰਕ ਲਈ ਆਈ। ਮਹਾਰਾਜ ਦੇ ਬਰਾਜਣ ਲਈ ਸੋਹਣਾ ਪਲੰਘਾ ਲੈ ਕੇ ਆ ਗਈ ਸੰਗਤ। ਉਜਲ ਆਸਤਰਨ ਪੂਸ਼ਾਈ। ਉਜਲ ਚਿੱਟੇ ਰੰਗ ਦੇ ਵਸਤਰਾਂ ਦੇ ਨਾਲ ਢੱਕ ਦਿੱਤਾ ਸੋਹਣੀ ਵਿਛਾਈ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਂ ਠਾਰੀ ਕਰ ਸਿੱਖ ਬੰਧਨ। ਸਿੱਖਾਂ ਨੇ ਨਮਸਕਾਰ ਕਰਕੇ ਬੇਨਤੀ ਕੀਤੀ ਮਹਾਰਾਜ ਇੱਥੇ ਬਿਰਾਜਮਾਨ ਹੋਵੋ ਪਲੰਘੇ ਉੱਪਰ। ਸਕਲਪੁਰੀ ਮੈਂ ਸੁਧ ਹੋਇਆਈ। ਕਾਂਛੀ ਸ਼ਹਿਰ ਦੇ ਵਿੱਚ ਨੇੜੇ ਨੇੜੇ ਦੇ ਨਗਰਾਂ ਵਿੱਚ ਖਬਰ ਚਲੇ ਗਈ ਵੀ ਗੁਰੂ ਗੋਬਿੰਦ ਸਿੰਘ ਜੀ ਆਏ ਹਨ। ਦਰਸ਼ਨ ਹਿਤ ਸੰਗਤ ਉਮੜਾਈ। ਜਿਵੇਂ ਹਵਾ ਦੇ ਆਉਣ ਨਾਲ ਸਾਉਣ ਭਾਦੋਂ ਦੇ ਮਹੀਨੇ 'ਚ ਬੱਦਲ ਉਮੜ ਕੇ ਆਉਂਦੇ ਨੇ ਐਵੇਂ ਸੰਗਤਾਂ ਗੁਰਾਂ ਦਾ ਆਉਣਾ ਸੁਣ ਕੇ ਉਮੜਦੀਆਂ ਉੱਡਦੀਆਂ ਹੀ ਆ ਰਹੀਆਂ ਦਰਸ਼ਨ ਕਰਨ। ਆਪਸ ਵਿੱਚ ਭਨੈ ਨਰ ਨਾਰੀ। ਆਪਸ ਵਿੱਚ ਕੀ ਮਾਈ ਕੀ ਭਾਈ ਸਾਰੇ ਏਦਾਂ ਗੱਲਾਂ ਕਰਦੇ ਹਨ। ਆਇਓ ਪ੍ਰਥਮ ਗੁਰੂ ਇੱਕ ਵਾਰੀ। ਕਹਿੰਦੇ ਧੰਨ ਭਾਗ ਨੇ ਸਾਡੇ ਪਹਿਲਾਂ ਵੀ ਅਸੀਂ ਵੇਖਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਇੱਕ ਵਾਰ ਇੱਥੇ ਆ ਕੇ ਕਾਂਛੀ ਸਾਨੂੰ ਦਰਸ਼ਨ ਦੇ ਕੇ ਗਏ ਹਨ। ਜੇ ਸ੍ਰੀ ਤੇਗ ਬਹਾਦਰ ਨਾਮ। ਜਿਨ੍ਹਾਂ ਸਤਿਗੁਰਾਂ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੀ ਉਹਨਾਂ ਵੀ ਸਾਨੂੰ ਕਈ ਦਿਨ ਦਰਸ਼ਨ ਦੇ ਨਿਹਾਲ ਕੀਤਾ। ਤਿਨ ਕੀ ਨੰਦਨ ਅਵਿਰਾਮੁ। ਆਪਸ ਵਿੱਚ ਕਹਿੰਦੇ ਨੇ ਚਲੋ ਭਾਈ ਆਪਾਂ ਦਰਸ਼ਨ ਕਰੀਏ। ਮਾਈਆਂ ਅੱਗੇ ਹੋਰ ਮਾਈਆਂ ਨੂੰ ਭਾਈਆਂ ਨੂੰ ਕਹਿੰਦੇ ਤੁਹਾਨੂੰ ਨਹੀਂ ਪਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਆਪਾਂ ਦਰਸ਼ਨ ਕਰਨੇ ਆ। ਉਹ ਚਾਅ ਦੇ ਨਾਲ ਸਾਰੇ ਘਰ ਦੇ ਕੰਮ ਉੱਥੇ ਹੀ ਸਮੇਟ ਕੇ ਤੇ ਮਹਾਰਾਜ ਦੇ ਦਰਸ਼ਨ ਕਰਨ ਲਈ ਤੁਰਦੇ ਹਨ। ਜਿਨ ਕੋ ਦਰਸ਼ਨ ਪੁਰਮ ਹੈ ਸਵਾਰਥ। ਆਪਸ ਵਿੱਚ ਕਹਿੰਦੇ ਨੇ ਆਪਾਂ ਮਹਾਰਾਜ ਦੇ ਦਰਸ਼ਨ ਕਰੀਏ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਮਨ ਦੇ ਮਨੋਰਥ ਸਵਾਰਥ ਪੂਰੇ ਹੁੰਦੇ ਹਨ। ਲੈ ਸ਼ਰਧਾਲੂ ਕਾਰ ਪਦਾਰਥ। ਲੈ ਸ਼ਰਧਾਲੂ ਚਾਰ ਪਦਾਰਥ। ਸ਼ਰਧਾਲੂ ਨੂੰ ਚੌਵੇਂ ਹੀ ਪਦਾਰਥ ਧਰਮ ਅਰਥ
ਕਾਮ ਮੋਹ ਪ੍ਰਾਪਤ ਹੋ ਜਾਂਦੇ ਹਨ। ਘਰ ਮੈਂ ਚੱਲ ਕਰ ਨਾਮ ਨੇ ਦਿਆਈ। ਆਪਣੇ ਤਾਂ ਇਹ ਹੋ ਗਿਆ ਵੀ ਘਰ ਵਿੱਚ ਹੀ ਚੱਲ ਕੇ 9 ਨਿਧੀਆਂ ਆਈਆਂ ਨੇ। ਜੋ ਗੁਰੂ ਸਾਹਿਬ ਆਏ ਨੇ, ਮੰਨ ਲਓ ਵੀ ਸਾਰੇ ਦੁਨੀਆ ਦੇ ਖਜ਼ਾਨੇ ਹੀ ਆ ਗਏ ਹਨ ਸਾਡੇ ਘਰ ਵਿੱਚ। ਉਹੇ ਕੋ ਭਾਗੀ ਲੀਨ ਨਾ ਜਾਈ। ਕਹਿੰਦੇ ਵੀ ਮਾੜੇ ਭਾਗਾਂ ਵਾਲਾ ਹੀ ਹੋਊਗਾ ਜਿਹੜਾ ਕਾਂਛੀ 'ਚ ਵੀ ਦਰਸ਼ਨ ਨਾ ਕਰਨ ਜਾਵੇ ਗੁਰੂ ਸਾਹਿਬ ਜੀ ਦੇ ਆਇਆ ਹੋਇਆ ਕਰਕੇ। ਏਮ ਕਹਿ ਲੀਲੀ ਕਰ ਉਪਹਾਰ। ਇਹ ਇੱਕ ਦੂਜੇ ਨੂੰ ਕਹਿ ਕਹਿ ਕੇ ਮਾਈ ਭਾਈ ਜੋ ਕਿਸੇ ਕੋਲ ਬਲ ਪੈਂਦਾ ਸੀ ਭੇਟਾਵਾਂ ਮਹਾਰਾਜ ਲਈ ਪ੍ਰੇਮ ਭੇਟਾ ਲੈ ਕੇ ਉਪਹਾਰ ਲੈ ਕੇ ਮਿਲ ਕਰ ਚਲੀ ਬ੍ਰਿੰਦ ਨਰ ਨਾਰ। ਸਾਰੇ ਮਿਲ ਮਿਲ ਕਰਕੇ ਸੰਗਤੀ ਰੂਪ ਦੇ ਵਿੱਚ ਨਰ ਨਾਰੀਆਂ ਮਹਾਰਾਜ ਦੇ ਦਰਸ਼ਨਾਂ ਨੂੰ ਚੱਲ ਪਏ। ਆਨ ਹਜ਼ਾਰਾਂ ਦਰਸ਼ਨ ਕਰੈ। ਹਜ਼ਾਰਾਂ ਹੀ ਦਰਸ਼ਨ ਕਰਦੇ ਨੇ ਸੇਵਕ ਆ ਕੇ ਗੁਰਾਂ ਦੇ। ਹਜ਼ਾਰਾਂ ਦੀ ਗਿਣਤੀ 'ਚ ਸੰਗਤ ਆ ਰਹੀ ਕਾਂਛੀ 'ਚ। ਭਾਂਤ ਭਾਂਤ ਕੀ ਭੇਟਨ ਧਰੈ। ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਮਹਾਰਾਜ ਸਾਹਿਬ ਜੀ ਨੂੰ ਅਰਪਣ ਕਰਦੇ ਹਨ। ਮੂਰਤ ਅਲਪ ਸਲੋਨੀ ਦੀ। ਵੇਖਦੇ ਆ ਵੀ ਮਹਾਰਾਜ ਦੀ ਜੋ ਮੂਰਤੀ ਸਰੂਪ ਹੈ ਤਾਂ ਛੋਟਾ ਹੈ ਪਰ ਬਹੁਤ ਹੀ ਸੁੰਦਰ ਹੈ। ਸੁਭ ਗੁਣ ਮਹਿ ਸਭ ਹੂਨ ਵਸ਼ੀਸ਼। ਸਰੀਰ ਕਰਕੇ ਭਾਵੇਂ ਛੋਟੇ ਨੇ ਪਰ ਚੰਗੇ ਗੁਣਾ ਕਰਕੇ ਸਾਰਿਆਂ ਤੋਂ ਵੱਡੇ ਪ੍ਰਤੀਤ ਹੁੰਦੇ ਹਨ। ਕਰਿ ਸਰਾਹਨ ਆਪ ਸਮਾਹੀ। ਆਪਸ ਵਿੱਚ ਮਿਲ ਮਿਲ ਮਹਾਰਾਜ ਦੇ ਸਰੂਪ ਦੇ ਦਰਸ਼ਨ ਕਰਕੇ ਸ਼ਲਾਘਾ ਕਰਦੇ ਨੇ ਵੀ ਸਰੀਰ ਹੀ ਛੋਟਾ ਹੈ ਪਰ ਗੁਣ ਤਾਂ ਬ੍ਰਹਮ ਗਿਆਨੀਆਂ ਵਰਗੇ ਹਨ। ਇਹ ਗੁਰ ਜੋਤ ਬਨਹਿ ਮਹਾਹੀ। ਤੇ ਕਈ ਜਿਹੜੇ ਹੁੰਦੇ ਨਾ ਸਿਆਣੇ ਕੁਝ ਅੰਗ ਪ੍ਰਤੰਗ ਪਰਖ ਲੈਂਦੇ। ਉਹ ਵੇਖ ਵੇਖ ਕੇ ਕਹਿੰਦੇ ਵੀ ਇਹਨਾਂ ਵੱਲ ਵੇਖ ਕੇ ਇਹਨਾਂ ਦਾ ਸੁਭਾਵ ਜਿਹਾ ਜਿੱਦਾਂ ਹੈ। ਸ਼ਸਤਰ ਪਹਿਨੇ ਵੀ ਹੋਏ ਸੀ ਲਾਗੇ ਬੰਨੇ ਵੀ ਜਦੋਂ ਜਾਂਦੇ ਸ਼ਸਤਰ ਹੀ ਰੱਖਦੇ। ਕਹਿੰਦੇ ਗੁਰੂ ਸਾਹਿਬ ਤਾਂ ਵੱਡੇ ਸੂਰਮੇ ਹੀ ਬਣ ਗਏ ਵੱਡੇ ਹੋ ਕੇ। ਮਹਾ ਪ੍ਰਤਾਪਵੰਤ ਮੁਖ ਦਿਪੈ। ਇਹਨਾਂ ਦਾ ਮੱਥੇ ਤੋਂ ਹੀ ਦਿਖਦਾ ਕਹਿੰਦੇ ਚਿਹਰੇ ਤੋਂ ਵੀ ਬੜੇ ਵੱਡੇ ਪ੍ਰਤਾਪਵਾਨ ਵੀਰ ਅਸੀਂ ਯੋਧੇ ਵੀਰ ਬਹਾਦਰ ਹਨ। ਕਿਉ ਨਾ ਸ਼੍ਰੀ ਹੋਏ ਜੋ ਇਨ ਜਪੈ। ਦੱਸੋ ਵੀ ਜਿਹੜਾ ਇਹਨਾਂ ਦਾ ਨਾਮ ਜਪੂ ਇਹਨਾਂ ਨੂੰ ਚੇਤੇ ਕਰੂ ਉਹਦੀ ਮੁਕਤੀ ਕਿਵੇਂ ਨਹੀਂ ਹੋਵੇਗੀ। ਕਿੱਡਾ ਸੋਹਣਾ ਮੁਖਾਰ ਬਿੰਦਾ ਗੁਰੂ ਗੋਬਿੰਦ ਸਿੰਘ ਜੀ ਦਾ। ਇਕ ਆਵਤ ਇਕ ਜਾਤ ਸਦਨ ਕੋ। ਇੱਕ ਦਰਸ਼ਨ ਕਰਨ ਲਈ ਸੁਣ ਕੇ ਆ ਰਿਹਾ ਹੈ ਮਹਾਰਾਜ ਕੋ ਹਾਜ਼ਰੀ ਲਵਾਉਂਦੇ ਨੇ। ਕਈ ਦਰਸ਼ਨ ਕਰਕੇ ਫਿਰ ਘਰਾਂ ਨੂੰ ਵਾਪਸ ਜਾ ਰਹੇ ਨੇ ਕਾਂਛੀ ਦੇ ਲੋਕ। ਇਕ ਦੇਖਤ ਹੈ ਗੁਰੂ ਬਦਨ ਕੋ। ਤੇ ਇੱਕ ਕਈ ਉੱਥੇ ਖਲੋਤੇ ਹੋਏ ਵੇਖੀ ਜਾ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚਿਹਰਾ ਹੀ ਵੇਖੀ ਜਾਂਦੇ ਨੇ ਵੀ ਮਹਾਰਾਜ ਦਾ ਮੁਖਾਰਬਿੰਦ ਬੜਾ ਸੋਹਣਾ ਲੱਗਦਾ ਹੈ। ਸੰਧਿਆ ਲਉ ਮੇਲਾ ਵੱਡ ਹੋਵੇ। ਸੰਧਿਆ ਦੇ ਸਮੇਂ ਪਿਛਲੇ ਪੈਰ ਤੀਕਰ ਬਹੁਤ ਭਾਰੀ ਜੋੜ ਮੇਲ ਹੀ ਜੁੜਿਆ ਰਿਹਾ ਗੁਰਾਂ ਦੇ ਦਰਬਾਰ ਵਿੱਚ। ਪਾਵਨ ਗੁਰੂ ਸਰੂਪ ਕਹ ਜੁਵੈ। ਪਵਿੱਤਰ ਸਰੂਪ ਪਵਿੱਤਰ ਕਰਨ ਵਾਲੇ ਗੁਰੂ ਦੇ ਦਰਸ਼ਨਾਂ ਨੂੰ ਸਾਰਿਆਂ ਨੇ ਆਣ ਕੇ ਵੇਖਿਆ। ਵੇਗ ਹੇਤ ਸਮਿਗਰਿਆਨ। ਗੁਰੂ ਦਾ ਲੰਗਰ ਤਿਆਰ ਕਰਨ ਲਈ ਰਸਦਾਂ ਬਸਤਾਂ ਲੈ ਕੇ ਆ ਗਏ। ਸੇਵਾ ਦੇ ਵਿੱਚ ਵੀ ਮਹਾਰਾਜ ਆ ਸਾਡੀ ਸੇਵਾ ਪਾ ਲਵੋ ਲੰਗਰ ਵਿੱਚ। ਚਾਵਰ ਚੂਨ ਕ੍ਰਿਤ ਮਿਸਟਾਨੀ। ਚੌਲ ਲੈ ਕੇ ਆਏ ਨੇ ਦੇਸੀ ਘਿਓ ਦੇ ਘੜੇ ਭਰ ਭਰ ਕੇ ਆਟਾ ਲੈ ਆਏ ਹਨ। ਤੇ ਮਿਸਟਾਨੀ ਤੇ ਹੋਰ ਕਈ ਤਰ੍ਹਾਂ ਦੇ ਮਿੱਠਾ ਖੰਡ ਗੁੜ ਜਾਂ ਮਠਿਆਈਆਂ ਲੈ ਕੇ ਆਏ। ਜੇ ਤੱਕ ਖਰਚ ਖਾਨ ਹਿਤ ਜਾਣਾ। ਜਿੰਨਾ ਕੁ ਵੇਖਿਆ ਨਾ ਵੀ ਸੰਗਤ ਹੈ ਖਰਚ ਹੋ ਜਾਣੀ ਹੈ ਰਸਤ ਭਾਵ ਕਿ ਜਿੰਨੀ ਰਸਤ ਲੱਗ ਜਾਣੀ ਹੈ ਇਹ ਅੰਦਾਜ਼ਾ ਹਿਸਾਬ ਕਿਤਾਬ ਲਾ ਕੇ ਕਾਂਛੀ ਦੀਆਂ ਸੰਗਤਾਂ ਨੇ। ਸ਼ੁਭ ਵਸਤਨ ਕੋ ਗਾਨ ਤਹਿਆਨਾ। ਬਹੁਤ ਹੀ ਚੰਗੀਆਂ ਚੰਗੀਆਂ ਵਸਤੂਆਂ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਲਿਆ ਕੇ ਹਾਜ਼ਰ ਕੀਤੀਆਂ। ਬਵੇਤ ਬਿਦਨ ਕੀ ਬਨੇ ਆਹਾਰਾ। ਕਈ ਵਿਧੀਆਂ ਦੇ ਕਈ ਪ੍ਰਕਾਰ ਦੇ ਭੋਜਨ ਤਿਆਰ ਹੋ ਗਏ ਲੰਗਰਾਂ ਦੇ ਵਿੱਚ। ਪਾਇਸ ਮੈਂ ਮੀਵਾ ਗਨ ਡਰ। ਅਤੇ ਪਾਇਸ ਦੇ ਵਿੱਚ ਪਾਇਸ ਖੀਰ ਨੂੰ ਵੀ ਕਹਿੰਦੇ ਆ। ਪਾਇਸ ਇੱਕ ਹੋਰ ਪਕਵਾਨ ਵੀ ਹੈ। ਇਹਦੇ ਵਿੱਚ ਮੇਵੇ ਬਹੁਤ ਪਾਉਂਦੇ ਹਨ ਤਿਆਰ ਕੀਤਾ। ਮਨ ਭਾਵਤ ਕਰ ਥਾਰ ਭਰਿਉ ਹੈ। ਮਨ ਭਾਉਂਦਾ ਥਾਲ ਭਰ ਕੇ ਪਹਿਲਾਂ ਸਭ ਤੋਂ ਗੁਰੂ ਸਾਹਿਬ ਵਾਸਤੇ ਸਤਿਗੁਰ ਅਚਵਨ ਤਬਿਹ ਕਰਿਉ ਹੈ। ਗੁਰਾਂ ਦੇ ਅੱਗੇ ਲਿਆ ਕੇ ਰੱਖ ਦਿੱਤਾ। ਮਹਾਰਾਜ ਤੁਸੀਂ ਛਕੋ ਫਿਰ ਸਿੱਖ ਸੇਵਕ ਸੰਗਤ ਛਕੇਗੀ। ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੀ ਕੁ ਰੁਚੀ ਸੀ ਆਪਣੀ ਰੁਚੀ ਦੇ ਮੁਤਾਬਕ ਭੋਜਨ ਛਕਿਆ। ਰਤਨ ਆਦ ਮਨੋਜ ਸਮਦਾਈ। ਫਿਰ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਹੋਰ ਜਿੰਨੇ ਵੀ ਸਾਰੇ ਸੇਵਕ ਹਨ ਖਾਨ ਪਾਨ ਕਰ ਸਭ ਤ੍ਰਿਪਤ। ਲੰਗਰ ਪ੍ਰਸ਼ਾਦਾ ਛਕ ਕੇ ਸਾਰੇ ਤ੍ਰਿਪਤ ਹੋ ਗਏ ਰੱਜ ਗਏ। ਸੁਪਤ ਜਥਾ ਸੁਖ ਨੇ ਸਬਤਾਈ। ਆ ਜਿੰਨਾ ਕੁ ਸੋਹਣਾ ਠੀਕ ਲੱਗਦਾ ਸੀ ਸੌਂ ਕੇ ਰਾਤ ਬਤੀਤ ਕੀਤੀ ਉਹਨਾਂ ਸਮਾਂ। ਜਾਗੀ ਜਬ ਪ੍ਰਭਾਤ ਹੋਈ ਆਈ। ਅੰਮ੍ਰਿਤ ਵੇਲਾ ਹੋਏ ਤੋਂ ਸਾਰੇ ਹੀ ਗੁਰੂ ਦੇ ਸਮੇਤ
ਚੇਤ ਜਾਗ ਪਏ ਸਿੱਖ ਸੇਵਕ। ਸੋਚ ਇਸ਼ਨਾਨ ਠਾਨ ਗੁਰ ਬੈਸੀ। ਆ ਸਰੀਰ ਦੀ ਕਿਰਿਆ ਸੋਧ ਕੇ ਇਸ਼ਨਾਨ ਕਰਕੇ ਨੇੜਿਓਂ ਗੰਗਾ ਵਹਿ ਰਹੀ ਸੀ। ਸੋਹਣਾ ਚੋਲਾ ਬਸਤਰ ਸ਼ਸਤਰ ਸਜਾ ਕੇ ਮਹਾਰਾਜ ਫਿਰ ਪਲੰਗੇ ਤੇ ਬੈਠ ਗਏ। ਦਰਸ਼ਨ ਹੇਤ ਪੁਨਿਆ ਮਹਿ ਤੈਸੀ। ਆ ਜਿਉਂ-ਜਿਉਂ ਦਿਨ ਚੜ੍ਹਦਾ ਜਾਂਦਾ ਹੈ ਤਿਉਂ-ਤਿਉਂ ਦਰਸ਼ਨ ਕਰਨ ਦੇ ਲਈ ਸੰਗਤ ਮਹਾਰਾਜ ਦੇ ਪਾਸ ਆ ਰਹੀ ਹੈ। ਜਿਵੇਂ ਇੱਥੇ ਪਹਿਲਾਂ ਆਈ ਸੀ ਪਿਛਲੇ ਪਹਿਰੇਵੇਂ ਅੰਮ੍ਰਿਤ ਵੇਲੇ ਆ ਰਹੀ ਹੈ। ਦੇਜ ਸਮੂਹ ਸੋ ਕਰ ਤਬ ਆਈ। ਆ ਬ੍ਰਾਹਮਣਾਂ ਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਆਏ ਨੇ। ਉਹਨਾਂ ਕੋਲ ਵੀ ਅਸੀਂ ਬਥੇਰਾ ਕੁਝ ਲਿਆ ਸੀ, ਇਹਨਾਂ ਕੋਲ ਵੀ ਕੁਝ ਆਪਾਂ ਨੂੰ ਪਦਾਰਥ ਪ੍ਰਾਪਤ ਹੀ ਹੋਏਗਾ। ਸਾਰੇ ਹੀ ਚੱਲ ਕੇ ਆ ਗਏ। ਹਾਲਾਂ ਮਹਾਰਾਜ ਸ਼ਹਿਰ ਦੇ ਵਿੱਚ ਡੇਰਾ ਬਾਅਦ ਚ ਕਰਨਾ ਤਾਂ ਇਹਦਾ ਸ਼ਹਿਰ ਤੋਂ ਬਾਹਰ ਹੀ ਕਾਂਛੀ ਦੇ ਡੇਰਾ ਕੀਤਾ ਸੀ। ਉਹ ਪੰਡਤਾਂ ਨੂੰ ਧੀਰਜ ਹੀ ਨਹੀਂ ਹੋਈ। ਸਾਰੇ ਸੁਣ ਕੇ ਗੁਰੂ ਸਾਹਿਬ ਕੋਲ ਆ ਗਏ। ਦੇਖ ਤਨਮ ਪਰਿ ਸਿਰ ਨੇ ਆਈ। ਮਹਾਰਾਜ ਸਾਹਿਬ ਜੀ ਨੂੰ ਵੇਖ ਕਰਕੇ ਸਭ ਨੇ ਨਮਸਕਾਰ ਕੀਤੀ। ਬੈਠੀ ਸਭ ਸੰਗੀਪ ਹਰ ਖਾਈ। ਖੁਸ਼ ਹੋ ਕੇ ਸਾਰੇ ਕੋਲ ਬੈਠ ਗਏ ਵੀ ਅੱਜ ਚੰਗਾ ਮਾਲ ਮਿਲੂਗਾ। ਕਹੈ ਪ੍ਰਥਮ ਤੁਮਰੀ ਵਿਦਿਆਈ। ਆ ਗੱਲ ਤੋਰ ਲਈ ਕਹਿਣ ਲੱਗੇ ਮਹਾਰਾਜ ਬਹੁਤ ਹੀ ਕਿਰਪਾ ਕੀਤੀ, ਦਰਸ਼ਨ ਦਿੱਤੇ ਹਨ। ਤੁਹਾਡੇ ਤੋਂ ਪਹਿਲਾਂ ਵੀ ਤੁਹਾਡੇ ਪਿਤਾ ਸਤਿਗੁਰੂ ਜੀ ਇੱਥੇ ਆਏ ਸਨ। ਬਰੋਹਤ ਤੀਰਥ ਕੀਰੀ। ਆ ਉਹਨਾਂ ਨੇ ਨਾ ਸਾਨੂੰ ਕਹਿੰਦੇ ਆਪਣਾ ਪੁਰੋਹਿਤ ਹੀ ਬਣਾ ਲਿਆ। ਆਪਣੇ ਕੋਲੋਂ ਹੀ ਕਹੀ ਜਾਂਦੇ ਸੀ। ਉਹ ਕਹਿੰਦੇ ਸੀ ਵੀ ਅਸੀਂ ਤਾਂ ਬਸ ਹੁਣ ਤੁਹਾਡੇ ਹੀ ਆ ਤੇ ਤੁਸੀਂ ਸਾਡੇ ਹੀ ਆ। ਇਹ ਸਾਨੂੰ ਆਪਣੇ ਹੀ ਬਣਾ ਕੇ ਮਹਾਰਾਜ ਬੜਾ ਕੁਝ ਦੇ ਕੇ ਗਏ ਸੀ ਤੁਹਾਡੇ ਪਿਤਾ ਜੀ। ਦਿਓ ਦਾਨ ਹਮ ਕੋ ਬਹਦੀਰੀ। ਬਹੁਤਾ ਜ਼ਿਆਦਾ ਦਾਨ ਦਿੱਤਾ। ਸਾਡੇ ਦੇ ਘਰ ਦੀਆਂ ਕੰਗਾਲੀਆਂ ਚੁੱਕ ਦਿੱਤੀਆਂ ਗੁਰੂ ਤੇਗ ਬਹਾਦਰ ਸਾਹਿਬ ਨੇ। ਕਰਤ ਪ੍ਰਤੀਖਨ ਰਹਿ ਸਦਾਈ। ਤੇ ਅਸੀਂ ਤਾਂ ਬਸ ਮਹਾਰਾਜ ਡੀਕ ਹੀ ਕਰਦੇ ਰਹਿੰਦੇ। ਉਦੋਂ ਦੀ ਜਦੋਂ ਵੇਖਿਆ ਵੀ ਆਉਂਦੇ ਤਾਂ ਹੋਰ ਵੀ ਬਥੇਰੇ ਆ। ਜਿੰਨਾ ਗੁਰੂ ਤੇਗ ਬਹਾਦਰ ਸਾਹਿਬ ਕੋ ਮਾਇਆ ਮਿਲੀ ਹੋਰ ਕੋਈ ਦਿੰਦਾ ਨਹੀਂ। ਉਦੋਂ ਦੇ ਉਡੀਕ ਹੀ ਕਰਦੇ ਸੀ ਵੀ ਫੇਰ ਆਉਣਗੇ। ਗੁਰੂ ਬੰਸ ਆਵੈ ਧਨ ਪਾਈ। ਸਾਡੇ ਮਨ ਵਿੱਚ ਬ੍ਰਾਹਮਣ ਕਹਿੰਦੇ ਮਹਾਰਾਜ ਇਹੋ ਹੀ ਇੱਛਾ ਹੁੰਦੀ ਵੀ ਗੁਰੂ ਮਹਾਰਾਜ ਦੀ ਅੰਸ਼ ਬੰਸ ਆਵੇ, ਸਤਿਗੁਰੂ ਆਉਣ, ਉਹਨਾਂ ਕੋ ਕੋਈ ਧਨ ਪਦਾਰਥ ਪ੍ਰਾਪਤ ਹੋਵੇਗਾ। ਜਿਸ ਤੇ ਤ੍ਰਿਪਤ ਹੋਈ ਰਾਮ ਰਹੈ। ਕਿਉਂਕਿ ਜਿਸ ਧਨ ਕਰਕੇ ਅਸੀਂ ਤ੍ਰਿਪਤ ਹੋਏ ਰਹੀਏ ਜਿੰਨਾ ਗੁਰੂ ਘਰ ਵਿੱਚੋਂ ਮਿਲਦਾ ਹੋਰ ਕਿਤੇੋਂ ਨਹੀਂ ਮਿਲਦਾ। ਅਪਰੰਤੀ ਨਹਿ ਜਾਚਲ ਹੈ। ਹੋਰ ਕਿਸੇ ਕੋ ਮੰਗਣ ਦੇ ਵਾਸਤੇ ਸਾਨੂੰ ਲੋੜ ਹੀ ਨਾ ਰਹੇ। ਇੰਨਾ ਕੁ ਮਹਾਰਾਜ ਦੇ ਦੇ ਇੱਕੇ ਵਾਰ। ਜਗਤ ਸ਼ਰੋਮਣ ਪੂਜ ਸਭਨ ਕੀ। ਜਗਤ ਵਿੱਚ ਸ਼੍ਰੋਮਣੀ ਉਹ ਗੁਰੂ ਨਾਨਕ ਦਾ ਘਰ ਹੈ ਤੇ ਸਾਰੇ ਹੀ ਮਹਾਰਾਜ ਆਪ ਜੀ ਦੇ ਘਰ ਦੀ ਪੂਜਾ ਕਰਦੇ ਹਨ। ਸੰਸਰ ਕਹੂੰ ਨਾ ਜਾਣੈ ਜਿਨਕੀ। ਜਿਸ ਗੁਰੂ ਨਾਨਕ ਸਾਹਿਬ ਦੇ ਆਪ ਜੀ ਦੇ ਘਰ ਦੇ ਬਰਾਬਰ ਹੋਰ ਕਿਸੇ ਨੂੰ ਅਸੀਂ ਜਾਣਦੇ ਸਮਝਦੇ ਹੀ ਨਹੀਂ। ਯਾਤੇ ਹਮ ਵੀ ਧਨ ਕਹਾਵੈ। ਇਸ ਕਰਕੇ ਮਹਾਰਾਜ ਅਸੀਂ ਵੀ ਧੰਨ ਧੰਨ ਹੋ ਜਾਾਂਗੇ ਜੇ ਸਾਡੇ ਤੇ ਕਿਰਪਾ ਕਰ ਦਿਓ। ਦਰਸ਼ਨ ਕਰੀ ਗਰਭ ਕੋ ਪਾਵੈ। ਕਿੰਨੇ ਸਾਡੇ ਭਾਗ ਚੰਗੇ, ਨਾਲੇ ਤੁਹਾਡੇ ਦਰਸ਼ਨ ਕਰ ਰਹੇ ਆ ਨਾਲੇ ਸਾਨੂੰ ਪੈਸੇ ਮਿਲਣਗੇ। ਸੁਨ ਬਿਰਤਾਂਤ ਕੋ ਤਬ ਮੁਸਕਾਈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੁਣ ਕੇ ਤੇ ਮੁਸਕਰਾਉਣ ਲੱਗ ਪਏ ਵੀ ਹੈ ਤਾਂ ਪੰਡਤ ਵਿਦਵਾਨ ਹੈ ਪਰ ਮਾਇਆ ਦੇ ਹੀ ਭੁੱਖੇ ਹੈ। ਬਸ ਪੈਸੇ ਹੀ ਅੱਗੇ ਮੰਗਤਿਆਂ ਵਾਂਗ ਮੰਗਣ ਵਾਸਤੇ ਮੂੰਹ ਅੱਗੇ ਰੱਖਿਆ ਵੀ ਪੈਸੇ ਹੀ ਮੰਗ ਲਓ, ਜਿਹੜਾ ਵੀ ਆ ਜਾਵੇ ਇੱਥੇ ਕੱਪੜੇ ਲਵਾ ਲਓ ਦੇ। ਕਹਾਂ ਜਾਜਤੀ ਦਿਹੂ ਬਤਾਈ। ਮਹਾਰਾਜ ਸਾਹਿਬ ਕਹਿਣ ਲੱਗੇ ਵੀ ਜੇ ਕੀ ਮੰਗਦੇ ਹੋ ਦੱਸੋ, ਸਾਨੂੰ ਬੋਲ ਕੇ ਤਾਂ ਦੱਸੋ ਵੀ ਕੀ ਚਾਹੀਦਾ ਹੈ। ਜੋ ਤੁਮ ਲੈਬੂ ਹੋਈ ਸੋ ਕਹੀਆ ਹੈ। ਮਹਾਰਾਜ ਕਹਿੰਦੇ ਜੋ ਤੁਹਾਡੀ ਇੱਛਾ ਲੈਣ ਦੀ ਬੋਲ ਕੇ ਦੱਸੋ, ਤੁਹਾਨੂੰ ਉਹੀ ਦੇ ਦੇਵਾਂਗੇ। ਨਹਿ ਪ੍ਰਵਾਹ ਗੁਰੂ ਘਰ ਲਹੀਆ ਹੈ। ਗੁਰੂ ਘਰ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਪ੍ਰਵਾਹ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ। ਸ਼ਿਵ ਕੀ ਪੁਰੀ ਸੁਬਾਸ ਤੁਮਾਰਾ। ਤੁਸੀਂ ਸ਼ਿਵ ਜੀ ਦੀ ਕਾਂਸ਼ੀਪੁਰੀ ਵਿੱਚ ਵਸਦੇ ਹੋ ਸਾਰੇ ਵਿਦਵਾਨ। ਸ਼ਾਸਤਰਨ ਕੀ ਵਿਦਿਆ ਸੁ ਉਦਾਰਾ। ਤੇ ਸ਼ਾਸਤਰਾਂ ਦੀ ਸ਼ਾਸਤਰ ਪੜ੍ਹੇ ਹੋਏ ਨੇ ਬੜੇ ਵਿਦਵਾਨ। ਮਹਾਰਾਜ ਸਾਹਿਬ ਅਸਲ 'ਚ ਨਾਲ ਨਾਲ ਇਹਨਾਂ ਨੂੰ ਦੱਸ ਰਹੇ ਆ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਇੰਨੇ ਤੁਸੀਂ ਗ੍ਰੰਥ ਪੜ੍ਹੇ ਆ ਤੇ ਮੰਗ ਰਹੇ ਹੋ। ਤੇ ਨਾਲ ਸਾਹਿਬ ਕਹਿੰਦੇ ਵੀ ਜੋ ਚਾਹੀਦਾ ਦੇ ਦਿੰਦੇ ਆ। ਵੀ ਸ਼ਿਵ ਜੀ ਦੀ ਪੁਰੀ 'ਚ ਕਹਿੰਦੇ ਰਹਿੰਦੇ ਹੋ, ਇੱਥੇ ਰਹਿਣ ਵਾਲਾ ਤੇ ਉਹ ਮੁਕਤ ਹੋ ਜਾਂਦਾ ਪਰ ਤੁਹਾਡੀ ਭੁੱਖ ਤਾਂ ਮੁਕਤ ਹੋਈ ਨਹੀਂ। ਫਿਰ ਕਹਿੰਦੇ ਸ਼ਾਸਤਰ ਪੜ੍ਹੇ ਹੋ, ਵਿਦਵਾਨ ਹੋ, 4 ਵੇਦ ਵੀ ਪੜ੍ਹੇ ਆ, 6 ਸ਼ਾਸਤਰ ਵੀ ਪੜ੍ਹੇ ਆ। ਸ਼ਾਸਤਰਾਂ ਦੀ ਵਿਦਿਆ ਬਹੁਤ ਔਖੀ ਹੈ। ਫਿਰ ਸਿਮਰਤੀਆਂ ਪੁਰਾਣ
ਹੋਰ ਵੀ ਗ੍ਰੰਥ ਪੜ੍ਹੇ ਹੋਣਗੇ। ਕਹਿੰਦੇ ਬਹੁਤ ਹੀ ਵਿਦਵਾਨ ਹੋ ਤੁਸੀਂ। ਸੁਨ ਦੀਜ ਵਿਦਿਆਵਾਨ ਬਖਾਨੈ। ਜਦੋਂ ਮਹਾਰਾਜ ਸਾਹਿਬ ਜੀ ਦੇ ਕੋਲੋਂ ਇਸ ਤਰ੍ਹਾਂ ਸੁਣਿਆ ਤਾਂ ਸੁਣ ਕੇ ਜਿਹੜੇ ਉਹ ਵਿਦਵਾਨ ਜਿਹੜੇ ਬ੍ਰਾਹਮਣ ਸਨ ਕਹਿਣ ਲੱਗੇ, ਹਮੇ ਦਿਹੂ ਸਰਬੰਸ ਮਹਾਨੈ। ਮਹਾਰਾਜ ਦੱਸਣਾ ਕੀ ਆ, ਦੇਣਾ ਇਹਦਾ ਸਾਰਾ ਸਰਬੰਸ ਹੀ ਦੇਣਾ। ਕਰੋ ਸਾਨੂੰ ਸਰਬੰਸ ਹੁੰਦਾ ਵੀ ਆ ਜੋ ਵੀ ਲੀੜਾ ਕੱਪੜਾ ਜੋ ਗਹਿਣਾ ਗੱਟਾ ਜੋ ਵੀ ਤੁਹਾਡੇ ਕੋਲ ਮਾਇਆ ਇਕੱਠੀ ਹੋਈ ਸਾਰੀ ਸਾਨੂੰ ਦੇ ਦਿਓ। ਦੈਵ ਜੋਗ ਆਗਮਨ ਤੁਮਾਰਾ। ਮਹਾਰਾਜ ਰੱਬੀ ਕੁਦਰਤੀ ਤੁਹਾਡਾ ਇੱਥੇ ਆਉਣਾ ਹੋ ਗਿਆ ਹੈ, ਨਹੀਂ ਤੇ ਸਾਨੂੰ ਕਿਹੜਾ ਰੋਜ਼ ਰੋਜ਼ ਇਹੋ ਜਿਹੇ ਦਿਨ ਲੱਭਦੇ ਆ ਜਿਹੜਾ ਤੁਹਾਡੇ ਵਰਗਾ ਕੋਈ ਦੇਣ ਵਾਲਾ ਆਵੇ ਜਿਹੜਾ ਸਰਬੰਸੀ ਦੇ ਦਵੇ। ਜਾਂ ਦੇ ਜਚਨ ਦਾਨ ਉਦਰ। ਬਾਹਮਣ ਕਹਿੰਦੇ ਇਸ ਕਰਕੇ ਮਹਾਰਾਜ ਅਸੀਂ ਵੱਡਾ ਹੀ ਦਾਨ ਮੰਗਣਾ ਹੈ, ਵੀ ਫੇਰ ਕੀ ਪਤਾ ਤੁਸੀਂ ਇੱਥੇ ਆਓ ਜਾਂ ਨਾ ਆਵੋ। ਤਬ ਸਤਿਗੁਰ ਬਾਣੀ ਤਿਮ ਮਾਨੀ। ਮਹਾਰਾਜ ਸਾਹਿਬ ਜੀ ਨੇ ਵੇਖਿਆ ਵੀ ਇੱਕ ਵਾਰ ਹੁਣ ਜੋ ਮੰਗਦੇ ਦੇ ਦਈਏ, ਕਿਉਂਕਿ ਫਿਰ ਮਰਿਆਦਾ ਬਣਤੀ ਸੀ ਆਨੰਦਪੁਰ ਜਾ ਕਰਕੇ ਵੀ ਜੇ ਦਾਨ ਦੇਣਾ ਤੇ ਕੇਵਲ ਸਾਡੇ ਖਾਲਸੇ ਨੂੰ ਦਿਓ। ਮਹਾਰਾਜ ਨੇ ਵੇਖ ਲਿਆ ਵੀ ਇਹ ਠੀਕ ਹੈ, ਵਿਦਵਾਨ ਬੰਦੇ ਦਾ ਸਤਿਕਾਰ ਕਰਨਾ ਚਾਹੀਦਾ, ਪਰ ਇਹਦੇ ਮੰਗਤਿਆਂ ਤੋਂ ਵੀ ਗਏ ਗੁਜ਼ਰੇ ਆ ਵੀ ਐਡਾ ਪੜ੍ਹ ਲਿਖ ਕਰਕੇ ਤੇ ਸਮਝਾਉਂਦੇ ਇਹ ਆ ਵੀ ਮਾਇਆ ਨਾਲ ਮੋਹ ਨਹੀਂ ਕਰਨਾ, ਤੇ ਸਾਨੂੰ ਕਹਿੰਦੇ ਵੀ ਸਰਬੰਸੀ ਦਾਨ ਕਰ ਦਿਓ। ਸਾਰੇ ਲੀੜੇ ਕੱਪੜੇ ਦੇਣ ਦੇਣੇ ਸਰਬੰਸ ਦਾਨ ਹੁੰਦਾ ਸੀ। ਮਹਾਰਾਜ ਸਾਹਿਬ ਨੇ ਸਰਬੰਸ ਦਾਨ ਦੀ ਪਰਿਭਾਸ਼ਾ ਹੀ ਬਦਲਤੀ। ਸਤਿਗੁਰਾਂ ਨੇ ਆਪਣਾ ਪਰਿਵਾਰ ਹੀ ਸਾਧ ਸੰਗਤ ਧਰਮ ਵਾਸਤੇ ਦਾਨ ਕਰ ਦਿੱਤਾ, ਤਾਂ ਹੀ ਉਹ ਸਰਬੰਸ ਦਾਨੀ ਕਹਿੰਦੇ ਨੇ। ਉਂਝ ਪਹਿਲਾਂ ਸਰਬੰਸ ਦਾਨੀ ਦਾ ਅਰਥ ਹੁੰਦਾ ਸੀ ਵੀ ਜਿਹੜਾ ਕੋਈ ਆਪਣਾ ਮਾਇਆ ਗਹਿਣਾ ਗੱਟਾ ਜੋ ਕੀਮਤੀ ਵਸਤੂਆਂ ਕਿਸੇ ਨੂੰ ਦੇ ਦੇਣੀਆਂ ਉਹ ਸਰਬੰਸ ਦਾਨ ਸੀ। ਸਤਿਗੁਰੂ ਨੇ ਤੇ ਆਪਣਾ ਪਿਤਾ ਆਪਣੇ ਸਾਹਿਬਜ਼ਾਦੇ ਮਾਤਾ ਸਭ ਕੁਝ ਹੀ ਦਾਨ ਕਰ ਦਿੱਤਾ, ਇਸ ਕਰਕੇ ਫਿਰ ਸਰਬੰਸ ਦਾਨੀ ਕਹਾਏ। ਤੇ ਇਹ ਬ੍ਰਾਹਮਣ ਕਹਿੰਦੇ ਪੰਡਤ ਵੀ ਮਹਾਰਾਜ ਕਿਹੜਾ ਤੁਹਾਡਾ ਨਿਤ ਇੱਥੇ ਆਉਣਾ ਹੋਣਾ ਹੈ, ਆ ਰੱਬੀ ਤੁਸੀਂ ਅੱਜ ਆ ਗਏ ਹੋ, ਵੱਡਾ ਹੀ ਦਾਨ ਤੁਹਾਡੇ ਕੋਲ ਮੰਗਣਾ ਚਾਹੀਦਾ, ਤੁਸੀਂ ਸਰਬੰਸੀ ਦੇ ਦਿਓ, ਸਾਰੇ ਪਦਾਰਥ ਦੇ ਦਿਓ। ਸੁਣ ਕੇ ਮਹਾਰਾਜ ਸਾਹਿਬ ਜੀ ਵੀ ਬੜੇ ਭੁੱਖੇ ਐ, ਪਰ ਗਰੀਬ ਨਵਾਜ ਦੀ ਪਦਾਰਥਾਂ ਦੇ ਪਕੜ ਨਹੀਂ ਸੀ, ਉਸੇ ਤਰ੍ਹਾਂ ਹੀ ਤਿਆਰ ਹੋ ਗਏ। ਦੇ ਸਰਬੰਸ ਜੋ ਵਸਤ ਮਹਾਨੀ। ਜੋ ਮਹਾਨ ਮਹਾਨ ਕੋਈ ਵਸਤੂਆਂ ਕੋਲ ਸੀ ਉਹ ਸਾਰਾ ਹੀ ਮਹਾਰਾਜ ਸਾਹਿਬ ਨੇ ਇਹਨਾਂ ਨੂੰ ਦੇਣਾ ਚਾਹਿਆ। ਸੰਤ ਮੋਦ ਵਿਪਰਨ ਕੀ ਹੋਵੇ। ਮਹਾਰਾਜ ਕਹਿੰਦੇ ਜੋ ਮੰਗਦੇ ਹੀ ਦੇ ਦਾਂਗੇ। ਸੁਣ ਕੇ ਬ੍ਰਾਹਮਣ ਵਿਦਵਾਨ ਕਾਂਚੀ ਦੇ ਬੜੇ ਖੁਸ਼ ਹੋਏ। ਮਹਾ ਉਦਾਰ ਪ੍ਰਭੂ ਕਹੁ ਜੋ। ਕਹਿੰਦੇ ਵੀ ਇਹ ਤਾਂ ਬੜੇ ਹੀ ਉਦਾਰ ਖੁੱਲ੍ਹ ਦਿਲੇ ਪ੍ਰਭੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੱਜ ਅਸੀਂ ਦਰਸ਼ਨ ਕੀਤੇ ਹਨ। ਜੈਸੋ ਉਜਲ ਬੰਸ ਉਦਾਰ। ਜਿਹੋ ਜਿਹਾ ਉਜਲ ਸੋੜ ਬੰਸ ਪ੍ਰਗਟਿਆ ਸੰਸਾਰ ਵਿੱਚ, ਜੈਸੋ ਸੋਠ ਸਰੂਪ ਅਵਤਾਰ। ਉਹ ਜਿਹਾ ਸੋਹਣਾ ਸਰੂਪ ਹੈ ਮਹਾਰਾਜ ਦਾ, ਤੇ ਅਵਤਾਰੀ ਪੁਰਖ ਹੀ ਆਏ ਨਾ ਇਹ ਤਾਂ। ਜਿਨ ਸਰੂਪ ਤੇ ਮਤ ਹੈ ਉੱਚੀ। ਇਹ ਜਿਹਨਾਂ ਦੇ ਪੈਸਿਆਂ ਨਾਲ ਮਤਬਲ ਹੋਵੇ ਨਾ, ਪੈਸੇ ਦੇ ਹਿਸਾਬ ਨਾਲ ਕਿਸੇ ਨੂੰ ਚੰਗਾ ਮਾੜਾ ਗਿਣਦੇ ਨੇ। ਇਹ ਹੁਣ ਜਦੋਂ ਵੇਖਿਆ ਨਾ ਵੀ ਸਤਿਗੁਰੂ ਸਭ ਕੁਝ ਦੇਣ ਲੱਗੇ ਆ, ਕਹਿਣ ਲੱਗੇ ਵੀ ਇਹ ਜਿੱਦਾਂ ਦਾ ਇਹਨਾਂ ਦਾ ਸੋਹਣਾ ਸਰੂਪ ਹੈ ਵੀ ਉਦਾਂ ਦੀ ਇਹਨਾਂ ਦੀ ਉੱਚੀ ਮੱਤ ਹੈ, ਵੇਖੋ ਸਾਨੂੰ ਨਾ ਨਹੀਂ ਕੀਤੀ। ਜੈਸੀ ਮਤ ਤੇ ਗੁਣ ਬਹੁ ਸੂਚੀ। ਜਿਹੋ ਜੀ ਇਹਨਾਂ ਦੀ ਮੱਤ ਹੈ ਉਸੇ ਤਰ੍ਹਾਂ ਬਹੁਤ ਹੀ ਗੁਣ ਹਨ, ਬਹੁਤ ਹੀ ਹਿਰਦੇ ਕਰਕੇ ਸੁੱਚੇ ਪਵਿੱਤਰ ਨੇ। ਉਦਾਰ ਸੂਰਤਾ ਲਹੈ। ਕਹਿੰਦੇ ਉਦਾਰਤਾ ਸੂਰਮਤਾ ਆਦਿਕ ਸਾਰੇ ਹੀ ਗੁਣ ਇਹਨਾਂ ਵਿੱਚ ਪ੍ਰਾਪਤ ਹੁੰਦੇ ਜਾਪਦੇ ਹਨ। ਬਾਲਿਕ ਬੈ ਮਹਿ ਇਸ ਵਿਦ ਹੈ। ਕਹਿੰਦੇ ਹਲੇ ਦੇ ਬਾਲਕ ਅਵਸਥਾ ਹੀ ਹੈ ਵੀ ਇਸ ਤਰ੍ਹਾਂ ਦੇ ਹਨ ਵੀ 6 ਵਰਿਆਂ ਦੇ ਨੇੜੇ ਉਮਰ ਹੈ, 7 ਸਾਲਾਂ ਦੇ, ਵੀ ਫੇਰ ਵੀ ਇਸ ਕਿਸੇ ਪਦਾਰਥ ਦੀ ਪਕੜ ਨਹੀਂ ਹੋਣੀ। ਇਦਾਂ ਦੇ ਉਦਾਰ ਖੁੱਲ੍ਹ ਦਿਲੇ ਹਨ, ਵੱਡੇ ਹੋ ਕੇ ਕੀ ਕਰਨਗੇ। ਸ੍ਰੀ ਸਤਿਗੁਰ ਗੰਗਾ ਤੀਰ। ਮਹਾਰਾਜ ਸਾਹਿਬ ਜੀ ਉਸ ਵੇਲੇ ਗੰਗਾ ਦੇ ਕਿਨਾਰੇ ਉੱਪਰ ਜਾ ਕੇ ਸੰਗ ਦੇ ਜਨ ਕੀ ਭੀਰ। ਨਾਲ ਬ੍ਰਾਹਮਣ ਵੀ ਚਲੇ ਗਏ, ਸਤਿਗੁਰੂ ਵੀ ਚੱਲ ਪਏ। ਕਰ ਸ਼ਨਾਨ ਗੁ ਬੰਸਵਤ ਤੰਸ। ਮਹਾਰਾਜ ਸਾਹਿਬ ਜੀ ਨੇ ਇਸ਼ਨਾਨ ਕੀਤਾ ਗੰਗਾ ਦੇ ਵਿੱਚ, ਤੇ ਇਸ਼ਨਾਨ ਕਰਕੇ ਕਰ ਇਸ਼ਨਾਨ ਕੋ ਬੰਸ ਬਤੰਸ। ਕਹਿੰਦੇ ਜੋ ਸੋਢੀਆਂ ਦੀ ਬੰਸ ਬਤੰਸ ਸੂਰਜ ਦੀ ਨਿਆਈ ਹੈ, ਬਤੰਸ ਮੁਕਟ ਦੀ ਨਿਆਈ ਸਭ ਤੋਂ ਉੱਤਮ ਹੈ। ਦੀਨ ਸਦਾਨ ਤਬਿ ਸਰਬੰਸ। ਐਸੇ ਪਾਤਸ਼ਾਹ ਨੇ ਸਰਬੰਸੀ ਦਾਨ ਭਾਵ ਸਾਰੇ ਪਦਾਰਥ ਜੋ ਪਿਛੋਂ ਮਾਇਆ ਪਟਨੇ ਤੋਂ ਆਉਂਦੇ ਆ ਚੜੀ ਚੜਾਈ ਸੀ ਸਾਰੀ ਇਹਨਾਂ ਨੂੰ ਢੇਰੀ ਕਰਤੀ। ਵਿਪਰਨ ਬਹੁ ਆਨੰਦ ਕੋ ਪਾਏ। ਬ੍ਰਾਹਮਣ ਤਾਂ ਬੜੇ ਫਿਰ ਪੰਡਤ ਖੁਸ਼ ਹੋਏ, ਕਹਿੰਦੇ ਵੀ ਆਹ ਤਾਂ ਲਾਟਰੀ ਲੱਗਣ ਵਾਂਗ ਅੱਜ ਖੁੱਲਾ ਹੀ ਕੰਮ ਹੋ ਗਿਆ ਹੈ। ਇਹਨਾਂ ਨੂੰ ਮਤਲਬ ਹੀ ਨਹੀਂ ਵੀ ਕਿਸੇ ਦੇ ਕੱਪੜੇ ਲਵਾ ਲੈਣੇ, ਸਭ ਕੁਝ ਲੈ ਲੈਣਾ,
ਵੀ ਇਹ ਹੁਣ ਪਹਿਨਣਗੇ ਕੀ, ਕੁਝ ਪਾਲਕੀਆਂ, ਕੁਝ ਰਾਸ ਗੱਡੇ ਆਦਿਕ ਸਾਰਾ ਕੁਝ ਹੀ ਲੈ ਲੂ ਕੇ ਹੁੰਜਾ ਮਾਰ ਕੇ ਤਾਂ ਘਰ ਨੂੰ ਚਲੇ ਗਏ। ਲੀ ਸਰਵਸਤ ਦਰਬ ਸਮਦਾਈ। ਆ ਸਭ ਵਸਤੂਆਂ ਧਨ ਪਦਾਰਥ ਸਭ ਲੈ ਕੇ ਇਕੱਠਿਆਂ ਕਰ ਲਿਆ। ਕਹਿੰਦੇ ਘਰੇ ਜਾ ਕੇ ਵੰਡਾਂਗੇ, ਇੱਥੇ ਨਾ ਲੜ ਪਿਓ। ਉਸਤਤ ਕਰੀ ਅਨੇਕ ਪ੍ਰਕਾਰ। ਬੜੀਆਂ ਮਹਾਰਾਜ ਸਾਹਿਬ ਦੀਆਂ ਵਡਿਆਈ ਦੀਆਂ ਗੱਲਾਂ ਕਰਦੇ ਹੋਏ ਚੱਲ ਪਏ। ਕਰ ਗਮਨ ਕਈ ਹਜ਼ਾਰ। ਕਈ ਹਜ਼ਾਰ ਪੈਸਾ ਮਾਇਆ ਜੋ ਚੜਾਵਾ ਚੜਿਆ ਸੀ ਸਾਰਾ ਹੀ ਕਹਿੰਦੇ ਕੱਛੇ ਮਾਰ ਕੇ ਤੁਰ ਪਏ। ਸਗਰੀ ਪੁਰੀ ਰੁਦਰ ਕੀ ਬੀਚ। ਕਾਂਸ਼ੀਪੁਰੀ ਜਿਹੜੀ ਆ ਸਾਰੀ ਪੁਰੀ ਵਿੱਚ ਕੀਰਤ ਕਰਤ ਉਚਾਰ ਨੀਚ। ਕੀ ਗਰੀਬ ਕੀ ਅਮੀਰ ਕੀ ਜਿਹੜਾ ਲੋਕਾਂ ਵੱਲੋਂ ਸਮਝਿਆ ਜਾਂਦਾ ਉੱਚੀ ਜਾਤ ਤੇ ਨੀਵੀਂ ਜਾਤ, ਉਹ ਸਾਰੇ ਹੀ ਲੋਕ ਜਬ ਗੁਰ ਸਭ ਕਿਛ ਦੀਨੋ ਦਾਨ। ਜਦੋਂ ਮਹਾਰਾਜ ਸਾਹਿਬ ਨੇ ਸਰਬੰਸੀ ਦਾਨ ਕਰਤਾ ਤਾਂ ਸਭ ਥਾਵਾਂ ਤੇ ਗੁਰਾਂ ਦੀ ਵਡਿਆਈ ਹੋਈ। ਸੰਗਤ ਗਨ ਮਸੰਦ ਸੁਨ ਕਾਨ। ਜਿਹੜੇ ਕਾਂਚੀ ਦੀਆਂ ਸੰਗਤਾਂ ਤੇ ਮਸੰਦ ਸਨ ਉਹਨਾਂ ਨੇ ਕੰਨਾਂ 'ਚ ਸੁਣਿਆ ਵੀ ਇਹ ਪੰਡਤਾਂ ਨੇ ਆਇਆਂ ਦੇ ਲੀੜੇ ਲਵਾਉਣ ਵਾਲਾ ਕੰਮ ਕੀਤਾ, ਵੀ ਇੱਥੇ ਆਏ ਸੀ ਕੋਈ ਸੇਵਾ ਕਰਨੀ, ਇਹਨਾਂ ਮੰਗ ਲਿਆ। ਮਹਾਰਾਜ ਸਾਹਿਬ ਨੇ ਸਾਰਾ ਕੁਝ ਹੀ ਦੇ ਦਿੱਤਾ ਹੈ। ਵਸਤ ਬਟੂਰਨ ਕੀਨ ਕਨੇਰੀ। ਉਸ ਵੇਲੇ ਇਹਨਾਂ ਨੇ ਫਿਰ ਸਿੱਖ ਪਰਿਵਾਰਾਂ ਦੇ ਵਿੱਚੋਂ ਮਹਾਰਾਜ ਸਾਹਿਬ ਦੇ ਲਈ ਬਹੁਤ ਵਸਤੂਆਂ ਇਕੱਠੀਆਂ ਕੀਤੀਆਂ ਕਨੇ ਬਸਤਰ ਆਨੇ ਤਿਸ ਬੇਰੀ। ਤੇ ਬਹੁਤ ਹੀ ਵਸਤਰ ਲੈ ਕੇ ਆਏ। ਕਹਿੰਦੇ ਵੀ ਦਰਜੀਆਂ ਨੂੰ ਬਹੁਤਾ ਧਨ ਦੇ ਕੇ ਕਿਹਾ ਵੀ ਮਹਾਰਾਜ ਵਾਸਤੇ ਪੁਸ਼ਾਕਾਂ ਦਿਓ ਛੇਤੀ ਬਣਾ ਕੇ, ਵੀ ਉਹ ਤਾਂ ਪੁਸ਼ਾਕ ਵੀ ਲੈ ਗਏ ਆ ਤੇ ਹੋਰ ਕੀਮਤੀ ਵਸਤੂਆਂ ਜਿਹੜੀਆਂ ਪਹਿਨੀਆਂ ਹੋਈਆਂ ਸਨ ਉਹ ਸੰਗਤਾਂ ਨੇ ਘਰੋਂ ਘਰੀ ਜਾ ਕੇ ਆਪੋ ਆਪਣਾ ਇਕੱਠਾ ਕੀਤਾ। ਸਿੱਖਾਂ ਨੇ ਗੁਰੂ ਸਾਹਿਬ ਲਈ ਪਾਲਕੀਆਂ ਵੀ ਨਵੀਆਂ ਕਹਿੰਦੇ ਫਿਰ ਖਰੀਦ ਕੇ ਲਿਆਏ ਸਨ। ਮਹਾਰਾਜ ਲਈ ਚੋਲੇ ਬਣਾ ਕੇ ਲਿਆਏ। ਹੋਰ ਗੱਡੇ ਆਦਿਕ ਸੰਗਤ ਨੇ ਛੇਤੀ ਤੋਂ ਛੇਤੀ ਲਿਆ ਕੇ ਗੁਰਾਂ ਨੂੰ ਹਾਜ਼ਰ ਕੀਤਾ ਜਿੰਨੀ ਛੇਤੀ ਹੋ ਸਕਦਾ ਸੀ। ਦਰਜੀ ਲਾ ਕਰਕੇ ਵੀ ਹੁਣੇ ਹੀ ਕਹਿੰਦੇ ਵੀ ਪੁਸ਼ਾਕ ਬਣਾਓ ਪਹਿਲਾਂ, ਤੇ ਦਰਜੀਆਂ ਨੇ ਵੀ ਛੇਤੀ ਪੁਸ਼ਾਕਾਂ ਬਣਾਈਆਂ। ਇੱਥੇ ਤਾਂ ਇਉਂ ਆਉਂਦਾ ਹੈ ਨਾ ਵੀ ਜਿਵੇਂ ਆਪਾਂ ਸੁਣਿਆ ਹੀ ਆ ਵੀ ਨਾ ਆ ਕੇ ਮੰਗਿਆ ਸੀ। ਇੱਕ ਥਾਂ ਇੱਦਾਂ ਆਉਂਦਾ ਹੈ ਵੀ ਮਹਾਰਾਜ ਸਾਹਿਬ ਜੀ ਨੇ ਵੇਖਿਆ ਵੀ ਇੱਕ ਕੋਈ ਗਰੀਬ ਬ੍ਰਾਹਮਣ ਸੀ। ਆ ਜਿਹੜੇ ਬਹੁਤੇ ਚੌਧਰੀ ਜੇ ਸਨ ਉਹਨੂੰ ਵਿਚਾਰੇ ਨੂੰ ਕਿਤੇ ਖੜਦੇ ਹੀ ਨਹੀਂ ਸੀ। ਉਹਦੇ ਘਰ ਦੇ ਵਿੱਚ ਭੁੱਖ ਹੀ ਚੱਲਦੀ ਸੀ। ਉਹਦੀ ਗਰੀਬੀ ਜੀ ਵੇਖ ਕੇ ਕੁਝ ਇੱਕ ਉਹ ਨਾਲ ਹੋਰ ਉਹਦੇ ਕਹਿਣ ਨੂੰ ਉਹ ਵੀ ਬ੍ਰਾਹਮਣ ਸਨ ਪਰ ਵਿਚਾਰੇ ਹੈ ਬਹੁਤ ਹੀ ਗਰੀਬੀ ਦੀ ਹਾਲਤ ਵਿੱਚ। ਉਹਦੀ ਗਰੀਬੀ ਦੀ ਹਾਲਤ ਵੇਖ ਕਰਕੇ ਸਤਿਗੁਰੂ ਸਾਹਿਬ ਜੀ ਨੇ ਉਹਨੂੰ ਸਾਰਾ ਕੁਝ ਕਹਿੰਦੇ ਦੇ ਦਿੱਤਾ ਸੀ। ਤੇ ਸੰਗਤਾਂ ਨੇ ਫਿਰ ਲਿਆ ਕਰਕੇ ਝਾਟੀ ਮਹਾਰਾਜ ਸਾਹਿਬ ਕੋ ਸਮਾਨ ਪੂਰਾ ਕਰਤਾ। ਜੇ ਇੱਥੋਂ ਤੀਕ ਵੀ ਪ੍ਰਸੰਗ ਆਉਂਦਾ ਵੀ ਕੱਲਾ ਉਸ ਬ੍ਰਾਹਮਣਾਂ ਨੂੰ ਨਹੀਂ, ਜਿਹੜਾ ਵੀ ਕੋਈ ਗਰੀਬ ਗੁਰਬਾ ਆਇਆ ਸਤਿਗੁਰੂ ਐਡੇ ਉਦਾਰ ਚਿੱਤ ਹੈ ਵੀ ਕੋਈ ਵਸਤੂ ਸਾਂਭ ਕੇ ਰੱਖੀ ਨਹੀਂ, ਦਈ ਗਏ ਨੇ, ਸਾਰਿਆਂ ਦੀਆਂ ਇਛਾਵਾਂ ਪੂਰੀਆਂ ਕੀਤੀਆਂ ਨੇ। ਸੋ ਇਸ ਤਰ੍ਹਾਂ ਕਾਂਛੀ ਦੇ ਨੇੜੇ ਤੇੜੇ ਦੀਆਂ ਸੰਗਤਾਂ ਨੇ ਝਾਟੀ ਮਹਾਰਾਜ ਸਾਹਿਬ ਜੀ ਦੀਆਂ ਜੋ ਵਸਤੂਆਂ ਬ੍ਰਾਹਮਣ ਲੈ ਕੇ ਗਏ ਸਨ ਉਹ ਸਾਰੀਆਂ ਹੀ ਵਸਤੂਆਂ ਉਹ ਤੋਂ ਵੀ ਵੱਧ ਸੇਵਾ ਕਰਕੇ ਪੂਰੀਆਂ ਕਰ ਦਿੱਤੀਆਂ। ਦਰਜੀ ਰਿਆਈ ਸੇਵਾਵਨ ਕਰੀ। ਆ ਦਰਜੀ ਲਿਆ ਕੇ ਮਹਾਰਾਜ ਦੇ ਕੋਲ ਹੀ ਬਿਠਾ ਦੇ ਵੀ ਇੱਥੇ ਹੀ ਬੈਠੇ ਰਹੋ ਤੇ ਵਸਤਰ ਪੁਸ਼ਾਕਾਂ ਸਭ ਦੀਆਂ ਤਿਆਰ ਕਰਕੇ ਹਾਜ਼ਰ ਕਰਤੀਆਂ। ਵਾਹਨ ਮੂਲ ਅਨਬੂ ਕਰੀ। ਵਾਹਨ ਵੀ ਮੁੱਲ ਲਿਆਂਦੇ ਜਿਵੇਂ ਪਾਲਕੀ ਹੋਏ, ਡੋਲੇ ਹੋਏ, ਗੱਡੇ ਰਾਥੇ ਆਦਿਕ ਵੀ ਮੁੱਲ ਖਰੀਦੇ ਨਵੇਂ ਕਾਂਛੀ ਚੋਂ। ਦਿਨ ਕੀਰਤ ਕੇ ਮੈਂ ਬੀਤੇ ਜਬ। ਸੋ ਇਸ ਤਰ੍ਹਾਂ ਜਦੋਂ ਕੁਝ ਕੁ ਦਿਨ ਮਹਾਰਾਜ ਸਾਹਿਬ ਜੀ ਨੂੰ ਇੱਥੇ ਬਤੀਤ ਹੋਏ। ਜਿਹੜੇ ਹੋਰ ਨੇੜੇ ਨੇੜੇ ਦੂਰ ਨਗਰ ਸ਼ਹਿਰ ਸਨ ਉੱਥੋਂ ਤੀਕਰ ਵੀ ਕੋਈ ਜਦੋਂ ਬੰਦਾ ਆਉਂਦਾ ਜਾਂਦਾ ਗਿਆ ਉਹਨੇ ਖਬਰ ਦਿੱਤੀ ਵੀ ਗੁਰੂ ਗੋਬਿੰਦ ਸਿੰਘ ਜੀ ਆਏ ਨੇ, ਨਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ। ਜੌਨਪੁਰੇ ਕੀ ਸੰਗਤ ਆਈ। ਜੌਨਪੁਰ ਦੀ ਸੰਗਤ ਜਿਨ੍ਹਾਂ ਨੂੰ ਬਹੁਤ ਵਰ ਮਿਲੇ ਸਨ ਗੁਰੂ ਤੇਗ ਬਹਾਦਰ ਸਾਹਿਬ ਕੋਲ, ਉਹ ਵੀ ਸੁਣ ਕੇ ਕਾਂਛੀ ਆਣ ਪਹੁੰਚੇ। ਗੁਰ ਕੀ ਕਾਰ ਦਰਬ ਗਨ ਲਿਆਈ। ਇਹ ਵੀ ਗੁਰੂ ਘਰ ਦੀ ਜੋ ਕਾਰ ਭੇਟਾ ਸੀ ਲੈ ਕੇ ਸਤਿਗੁਰਾਂ ਦੇ ਹਜ਼ੂਰ ਪਹੁੰਚੇ। ਜੋ ਪ੍ਰੇਮੀ ਗੁਰਬਖਸ਼ ਮਸੰਦ। ਆ ਜਿਹੜਾ ਗੁਰਬਖਸ਼ ਮਸੰਦ ਪ੍ਰੇਮੀ ਸੀ ਗੁਰੂ ਘਰ ਦਾ, ਜਿਹਨੂੰ ਕਥਾ ਕੀਰਤਨ ਦੀ ਦਾਤ ਦਾ ਵਰ ਮਿਲਿਆ ਸੀ ਨਾਵੇਂ ਗੁਰਾਂ ਕੋ ਵੀ ਤੇਰੀ ਕੁੱਲ ਕਥਾ ਕੀਰਤਨ ਹੀ ਕਰਦੀ ਰਿਹਾ ਕਰੂਗੀ।
ਤੇ ਬੜੇ ਆਨੰਦ ਮਾਣੂਗੀ। ਉਹ ਬਹੁਤ ਪ੍ਰੇਮੀ ਸੰਗਤ ਨੂੰ ਇਕੱਠਿਆਂ ਕਰਕੇ ਆ ਗਿਆ। ਸਮੈ ਮੁਖ ਧਰ ਆਈ ਆਨੰਦ। ਤੇ ਸਭ ਸੰਗਤ ਜਿਹੜੀ ਜੌਨਪੁਰ ਦੀ ਆ ਉਹਨਾਂ ਚੋਂ ਮੁੱਖ ਹੈ, ਸੰਗਤ ਨੂੰ ਪ੍ਰੇਰਦਾ ਹੈ, ਕਥਾ ਕੀਰਤਨ ਸੁਣਾਉਂਦਾ ਹੈ, ਆਨੰਦ ਦੇ ਸਹਿਤ ਸੰਗਤ ਲੈ ਕੇ ਆਇਆ। ਗਾਵਤ ਸ਼ਬਦ ਹਜੂਰ ਪਹੁੰਚੇ। ਗੁਰਬਾਣੀ ਦੇ ਸ਼ਬਦ ਗਾਉਂਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਣ ਪਹੁੰਚੇ। ਸੁਨਿਆ ਅਨੇਕ ਰਾਗ ਹੋਏ ਉੱਚੇ। ਤੇ ਕਹਿੰਦੇ ਵੀ ਬੜੇ ਪ੍ਰੇਮ ਦੇ ਨਾਲ ਸੁਨਿਆ ਅਨੇਕ ਰਾਗ ਹੋਏ ਉੱਚੇ। ਉੱਚੀ ਉੱਚੀ ਸੁਰ ਦੇ ਵਿੱਚ ਰਾਗ ਪਾ ਕੇ ਪ੍ਰੇਮ ਦੇ ਨਾਲ ਕੀਰਤਨ ਸੁਣਦੇ ਤੇ ਸੁਣਾਉਂਦੇ ਹਨ। ਕਰ ਦਰਸ਼ਨ ਕੁਵਰ ਅਕੂਰ। ਦਰਸ਼ਨ ਕੀਤੇ ਦਸਵੇਂ ਪਾਤਸ਼ਾਹ ਦੇ ਭੇਟਾਵਾਂ ਮਾਇਆ ਅਰਪਣ ਕਰ ਦਿੱਤੀ। ਬੰਦਤ ਹੈ ਪਗ ਜੁਗ ਕਰ ਜੂਰ। ਦੋਵੇਂ ਹੱਥ ਜੋੜ ਜੋੜ ਮਹਾਰਾਜ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ। ਕਰੀ ਕਾਮਨਾ ਜਾਚਹਿ ਸੁਜੋਈ। ਜਿਹੜੀ ਕੋਈ ਕਾਮਨਾ ਕਰਦਾ ਮਹਾਰਾਜ ਸਾਹਿਬ ਨੇ ਪੂਰੀ ਕਰ ਦਿੱਤੀ। ਦਸਮ ਪਾਤਸ਼ਾਹ ਪੂਰਤ ਭਏ ਪ੍ਰਭੂ ਤਬ ਸੋਏ। ਪ੍ਰਭੂ ਦਾ ਸਰੂਪ ਮਹਾਰਾਜ ਸਾਹਿਬ ਉਸੇ ਵੇਲੇ ਹੀ ਉਹਨਾਂ ਦੀਆਂ ਭਾਵਨਾ ਪੂਰੀਆਂ ਕਰੀ ਜਾਂਦੇ ਨੇ। ਤੀਨ ਦਿਵਸ ਗੁਰ ਕੇ ਟਿਕ ਰਹੇ। 3 ਦਿਨ ਤੀਕਰ ਜੌਨਪੁਰ ਦੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰ ਰਹੀਆਂ। ਜਥਾ ਜੋਗ ਸਿਰ ਪਾਉ ਸੁਲਹੀ। ਆ ਜਥਾ ਜੋਗ ਜੋ ਜਿਹਨੂੰ ਸਨਮਾਨ ਦੇਣਾ ਸੀ ਸਭ ਨੂੰ ਸਿਰ ਪਾਉ ਦਿੱਤੇ ਪਾਤਸ਼ਾਹ ਨੇ। ਬਾਲ ਆਰ ਬਲ ਸੁੰਦਰ ਸੂਰਤ। ਵੇਖਦੇ ਐ ਵੀ ਉਮਰਾ ਬਾਲਕਾਂ ਵਾਲੀ ਹੈ, ਸਰੂਪ ਬਹੁਤਾ ਹੀ ਸੋਹਣਾ ਹੈ। ਰਚੀ ਵਿਧਾਤੀ ਸਾਹਿਬ ਗੁਣ ਪੂਰਤ। ਮੰਨੋ ਵੀ ਵਾਹਿਗੁਰੂ ਨੇ ਸਭ ਗੁਣਾਂ ਦੇ ਸਮੇਤ ਹੀ ਇਹ ਸਰੂਪ ਪ੍ਰਗਟ ਕੀਤਾ ਆਪਣਾ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ। ਇਤਿਆਦਿਕ ਬਹੁ ਕਰਤ ਪ੍ਰਸ਼ੰਸਾ। ਇਤਿਆਦਿਕ ਸਿੱਖ ਸੰਗਤਾਂ ਮਹਾਰਾਜ ਦੀ ਪ੍ਰਸ਼ੰਸਾ ਕਰਦੀਆਂ ਨੇ ਜੋ ਦਰਸ਼ਨ ਇਕਰਾ ਕਰ ਲਵੇ। ਹੋਏ ਹੈ ਸੋਢ ਵੰਸ਼ ਅਵਤੰਸਾ। ਅਨੁਮਾਨ ਲਾਉਂਦੇ ਨੇ ਵੀ ਸੋਢੀਆਂ ਦੀ ਵੰਸ਼ ਵਿੱਚੋਂ ਇਹ ਅਵਤੰਸ਼ਾ ਸੂਰਜ ਦੀ ਨਿਆਈ ਮੁਕਟ ਦੀ ਨਿਆਈ ਸਭ ਤੋਂ ਸ਼੍ਰੋਮਣੀ ਹੋਣਗੇ। ਅਯੋ ਦਰਬ ਗੁਰ ਨਿਗਟ ਕਨੇਰਾ। ਮਹਾਰਾਜ ਸਾਹਿਬ ਜਦੋਂ ਇੱਥੇ ਬਰਾਜੇ ਨੇ ਬਹੁਤ ਮਾਇਆ ਇਕੱਠੀ ਹੋ ਗਈ ਚੜਾਵੇ ਦੀ। ਸਤਰ ਸਾਜ ਵਨਵਾਯੂ ਫੇਰਾ। ਹੋਰ ਵੀ ਜੋ ਕੁਝ ਚਾਹੀਦਾ ਸੀ ਸਾਜੋ ਸਮਾਨ ਉਹ ਮਾਇਆ ਨਾ ਫੇਰ ਮਹਾਰਾਜ ਨੇ ਬਣਵਾ ਲਿਆ। ਕੁਝ ਸੰਗਤਾਂ ਨੇ ਹਾਜ਼ਰ ਕਰ ਦਿੱਤਾ। ਗੌਰ ਚਲਨ ਕੀ ਕੀਨਸ ਤਿਆਰੀ। ਫਿਰ ਮਹਾਰਾਜ ਨੇ ਇਥੋਂ ਚੱਲਣ ਦੀ ਤਿਆਰੀ ਕੀਤੀ ਹੈ। 10 ਦਿਨ ਦਾ ਸਮਾਂ ਰਹੇ ਪਾਤਸ਼ਾਹ। ਜੇ ਸਿਰ ਪਾਉ ਸੰਗਤਾਂ ਸਾਰੀ। ਸਾਰੀਆਂ ਸੰਗਤਾਂ ਨੂੰ ਸਿਰ ਪਾਉ ਦੇ ਕੇ ਜਿਹੜੀਆਂ ਦੂਰੋਂ ਆਈਆਂ ਸੀ ਵਿਦਿਆ ਕੀਤਾ। ਸੁਨ ਸੁਨ ਜਸ ਕੂ ਨਰ ਸੁਨਦਾਈ। ਮਹਾਰਾਜ ਸਾਹਿਬ ਦਾ ਸ੍ਰੇਸ਼ਟ ਜਸ ਸੁਣ ਕੇ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਦਾ ਵੀ ਉਹਨੂੰ ਬਹੁਤ ਆਨੰਦ ਮਿਲਦਾ ਹੈ। ਐਵੇਂ ਜਸ ਸੁਣ ਸੁਣ ਬਹੁਤ ਸੰਗਤ ਕਹੇ ਕਰਹੁ ਸਿੱਖ ਸ਼ਰਣੀ ਆਏ। ਮਹਾਰਾਜ ਸਾਹਿਬ ਨੂੰ ਕਹਿੰਦੇ ਪਾਤਸ਼ਾਹ ਸਾਨੂੰ ਵੀ ਆਪਣੇ ਸਿੱਖ ਬਣਾ ਲਓ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਦੇਖ ਭਾਉ ਤਿਨ ਕੀ ਮਨ ਕੀਰਾ। ਉਹਨਾਂ ਦੇ ਮਨ ਦਾ ਪ੍ਰੇਮ ਵੇਖ ਕੇ ਮਹਾਰਾਜ ਦਸਮ ਸਤਿਗੁਰੂ ਪਾਗ ਪਾਹੁਲ ਜੀਨਸ ਤਿਸ ਬੇਰਾ। ਉਹ ਸਵੇਰੇ ਚਰਨਾਂ ਦੀ ਪਹੁਲ ਚਰਨ ਅੰਮ੍ਰਿਤ ਛਕਾ ਕੇ ਸਿੱਖੀ ਦੀ ਦਾਤ ਬਖਸ਼ੀ। ਜਿਨ ਜਿਨ ਪੀਸ ਭੈ ਨਿਹਾਲ। ਜਿਨ੍ਹਾਂ ਜਿਨ੍ਹਾਂ ਅੰਮ੍ਰਿਤ ਛਕਿਆ ਨਿਹਾਲ ਹੋ ਗਏ। ਹੋਰ ਪ੍ਰਭਾਵ ਕੋ ਲਖਿਉ ਵਿਸਾਰ। ਮਹਾਰਾਜ ਦਾ ਤੇਜ ਪ੍ਰਤਾਪ ਬਹੁਤਾ ਹੀ ਵੱਡਾ ਜਾਣਿਆ ਵੀ ਸਤਿਗੁਰੂ ਸਾਹਿਬ ਦੇ ਪ੍ਰਭਾਵ ਅੱਗੇ ਸਭ ਝੁਕ ਰਹੇ ਨੇ। ਮਿਲ ਸੰਗਤ ਸਭ ਅਰਜ ਉਚਾਰੀ। ਸਾਰੀ ਸੰਗਤ ਨੇ ਮਿਲ ਕੇ ਬੇਨਤੀ ਕੀਤੀ। ਚਲਹੁ ਪ੍ਰਭੂ ਅਗਪੁਰੀ ਮਹਜਾਰੀ। ਮਹਾਰਾਜ ਕਿਰਪਾ ਕਰੋ ਇੱਥੇ ਦਰਸ਼ਨ ਮੇਲੇ ਹੋਏ ਨੇ। ਇੱਕ ਦਿਨ ਮਹਾਰਾਜ ਸ਼ਹਿਰ ਦੇ ਵਿੱਚ ਪੁਰੀ ਕਾਂਚੀ ਦੇ ਵਿੱਚ ਵੀ ਆਪ ਚਰਨ ਪਾ ਕੇ ਦਰਸ਼ਨ ਦੇਵੋ। ਸੇਵਕਾ ਆਦ ਨਯੋ ਸਭ ਸਾਜ। ਆ ਮਹਾਰਾਜ ਦੇ ਲਈ ਨਵੀਂ ਪਾਲਕੀ ਨਵਾਂ ਹੀ ਸਾਰਾ ਸਾਜੋ ਸਮਾਨ ਤਿਆਰ ਹੋਇਆ ਸੀ ਉਹ ਲੈ ਕੇ ਚੱਲ ਪਏ। ਉਪਰ ਚੜ ਚਾਲੀ ਮਹਾਰਾਜ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਪਾਲਕੀ ਵਿੱਚ ਸਵਾਰ ਹੋ ਕੇ ਚੱਲ ਪਏ ਨੇ। ਪੀਰ ਹਜ਼ਾਰੋਂ ਨਰ ਕੀ ਸੰਗ। ਤੇ ਹੋਰ ਵੀ ਜੋ ਸਥਾਨ ਤੇ ਭੀੜ ਹਜ਼ਾਰਾਂ ਦੀ ਗਿਣਤੀ ਵਿੱਚ ਮਨੁੱਖਾਂ ਦੀ ਭੀੜ ਸੇਵਕਾਂ ਦੀ ਨਾਲ ਹੈ। ਗਮਨੇ ਗੁਰੂ ਨਿਹਾਰਤ ਸੰਗ। ਗਮਨੇ ਗੁਰੂ ਨਿਹਾਰਤ ਗੰਗਾ ਦੇ ਨੇੜੇ ਨੇੜੇ ਗੰਗਾ ਨਦੀ ਨੂੰ ਵੇਖਦਿਆਂ ਹੋਇਆ ਮਹਾਰਾਜ ਜਾ ਰਹੇ ਹਨ। ਸੁਰ ਸਰ ਤੀਰ ਤਰੀ ਅਨਵਾਈ। ਆ ਜਦੋਂ ਫਿਰ ਇਸ ਤਰ੍ਹਾਂ ਕੰਢੇ ਦੇ ਕੁਝ ਅੱਗੇ ਗਏ ਨੇ ਗੰਗਾ ਦਾ ਕੰਢਾ ਨੇੜੇ ਆਇਆ ਤਾਂ ਪਾਰ ਹੋਣ ਲਈ ਬੇੜੀ ਮੰਗਵਾਈ ਆ। ਉਤਰਨ ਪਾਰ ਅਰੂੜ ਵਿਸਾਈ। ਪਾਰ ਹੋਣ ਲਈ ਮਹਾਰਾਜ ਸਾਹਿਬ ਜੀ ਬੇੜੀ 'ਚ ਸਵਾਰ ਹੋ ਗਏ। ਏਵਟ ਨਵ ਕਾ ਪਾਰ ਲੰਘਾਈ। ਮਲਾਹ ਨੇ ਬੇੜੀ ਤੇ ਚੜਾ ਕੇ ਮਹਾਰਾਜ ਸਾਹਿਬ ਨੂੰ ਗੰਗਾ ਤੋਂ ਪਾਰ ਕਰ ਦਿੱਤਾ। ਗਰਭ ਦੀਨ ਬਹੁ ਸਿਹਰ ਖਾਈ। ਜਿਹੜਾ
ਮਲਾਹ ਸੀ ਉਹਨੂੰ ਬਹੁਤਾ ਹੀ ਇਨਾਮ ਵਜੋਂ ਧਨ ਦਿੱਤਾ, ਲੈ ਕੇ ਬੜਾ ਖੁਸ਼ ਹੋਇਆ। ਜਿਸ ਜਿਸ ਗਰੀਆਂ ਨ ਜਾਹੇ ਅਗਾਰੀ ਆ ਜਿਸ ਜਿਸ ਗਲੀ ਦੇ ਵਿੱਚੋਂ ਦੀ ਲੰਘ ਕੇ ਅੱਗੇ ਨੂੰ ਕਾਂਛੀ ਸ਼ਹਿਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜਾ ਰਹੇ ਨੇ। ਛੱਡੀ ਅਟਾਰਨ ਦਰਸ਼ਨ ਨਾਰੀ ਆ ਨਰ ਨਾਰੀਆਂ ਅਟਾਰੀਆਂ ਉੱਚੇ ਉੱਚੇ ਚੁਬਾਰਿਆਂ ਤੇ ਚੜ ਚੜ ਕੇ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਹਨ। ਜਿਮ ਕਨ ਮੈਂ ਤੜਤਾ ਚਮਕਾਵੇ ਐਵੇਂ ਕਹਿੰਦੇ ਵੀ ਉੱਥੋਂ ਦਰਸ਼ਨ ਹੋ ਰਹੇ ਨੇ ਜਿਸ ਤਰ੍ਹਾਂ ਬੱਦਲਾਂ ਦੇ ਵਿੱਚ ਬਿਜਲੀ ਲਿਸ਼ਕਦੀ ਦਿਖਦੀ ਹੈ। ਬੇਸਦ ਸਦਨ ਮੈਂ ਤਥਾ ਸੁਹਾਵੇ ਚਿੱਟੇ ਰੰਗ ਦੀਆਂ ਕਲੀਆਂ ਦੇ ਉਹ ਘਰਾਂ ਦੀਆਂ ਅਟਾਰੀਆਂ ਤੇ ਚੜੀਆਂ ਹੋਈਆਂ ਉਹ ਇਸਤਰੀਆਂ ਦਿਖ ਰਹੀਆਂ ਨੇ ਬਿਜਲੀ ਵਾਂਗ। ਅਲਕ ਭੀਰ ਪੁਰ ਗਰੀਆਂ ਵਿੱਚ ਆ ਕਾਂਛੀ ਦੀਆਂ ਗਲੀਆਂ ਭੀੜੀਆਂ ਨੇ, ਸਤਿਗੁਰੂ ਨਾਲ ਸੰਗਤ ਬਹੁਤ ਹੈ, ਭੀੜ ਹੋ ਗਈ ਚਾਰ ਸਫੇਰੇ। ਬੰਦਤ ਦੂਰ ਊਚ ਅਰ ਨੀਚ ਆ ਜਿਹੜਾ ਕਿਸੇ ਨੇ ਮੰਨਿਆ ਖੌਤੀ ਜਾਤ ਵੀ ਆ ਉੱਚੀ ਜਾਤ ਹੈ ਆ ਨੀਵੀਂ ਜਾਤ ਹੈ, ਪਰ ਸਤਿਗੁਰੂ ਸਾਹਿਬ ਨੂੰ ਸਾਰੇ ਨਮਸਕਾਰਾਂ ਕਰਦੇ, ਕਿਉਂਕਿ ਗੁਰੂ ਘਰ ਵਿੱਚ ਸਰੀਰ ਦੀ ਉੱਚੀ ਨੀਵੀਂ ਜਾਤ ਨਹੀਂ ਮੰਨੀ ਜਾਂਦੀ, ਪਰ ਕਰਮਾਂ ਦੀ ਜ਼ਰੂਰ ਮੰਨੀ ਜਾਂਦੀ ਹੈ। ਹਾਂ, ਮਾੜੇ ਚੰਗੇ ਕਰਮ ਜਿਹੜੇ ਹਨ ਉਹਨਾਂ ਨੂੰ ਉੱਚੀ ਨੀਵੀਂ ਜਾਤ ਜ਼ਰੂਰ ਕਿਹਾ ਜਾਂਦਾ ਹੈ। ਜਿਵੇਂ ਗੁਰਬਾਣੀ 'ਚ ਕਈ ਸ਼ਬਦ ਆਉਂਦੇ ਨੇ, ਸਰੀਰ ਦੀ ਉੱਚੀ ਨੀਵੀਂ ਜਾਤ ਨਹੀਂ ਹੈ, ਉੱਚੀ ਨੀਵੀਂ ਜਾਤ ਸਾਧ ਸੰਗਤ ਕਰਮਾਂ ਦੀ ਹੈ। ਚੰਗੇ ਕਰਮ ਨੇ ਤਾਂ ਹੀ ਉੱਤਮ ਜਨਮ ਹੈ, ਉੱਤਮ ਜਾਤ ਹੈ। ਮਾੜੇ ਕਰਮ ਹਨ ਤਾਂ ਮਾੜੀ ਹੋਈ ਜਾਤ ਸਮਝ ਲਓ। ਸੋ ਸਾਰੇ ਮਹਾਰਾਜ ਨੂੰ ਨਮਸਕਾਰਾਂ ਕਰਦੇ ਹਨ। ਨਿਕਟ ਹੋਣ ਕੀ ਸ਼ਕਤ ਨਾ ਪਾਵੇ ਹਾਂ, ਇੱਥੋਂ ਤੀਕਰ ਮਹਾਰਾਜ ਸਾਹਿਬ ਜੀ ਦੇ ਨਿਕਟ ਹੋਣ ਕੀ ਸ਼ਕਤ ਨਾ ਪਾਵੇਂ, ਇੰਨੀ ਭੀੜ ਹੈ ਵੀ ਨੇੜੇ ਹੋਣ ਦੀ ਸਮਰੱਥਾ ਹੀ ਨਹੀਂ ਹੈ ਕਿਸੇ ਕੋ ਵੀ ਅੱਗੇ ਲੰਘ ਕੇ ਚਲੇ ਜਾਈਏ ਗੁਰਾਂ ਦੇ ਕੋਲ। ਨੀਠ ਨੀਠ ਗੁਰ ਅਗਰ ਸਦਾ ਸਹਿਜੇ ਸਹਿਜੇ ਮਹਾਰਾਜ ਅੱਗੇ ਨੂੰ ਜਾ ਰਹੇ ਨੇ ਸ਼ਹਿਰ ਵਿੱਚ। ਮਹਾ ਕੋਲਾਹਲਪੁਰ ਮੈਂ ਹੋਵੇ ਸਾਰੇ ਨਗਰ ਵਿੱਚ ਬੜਾ ਹੀ ਕੋਲਾਹਲ ਰੌਲਾ ਰੱਪਾ ਆਵਾਜ਼ਾਂ ਆਉਂਦੀਆਂ। ਕੋਈ ਕੁਝ ਕਹਿੰਦਾ ਉਹ ਮਹਾਰਾਜ ਆ ਗਏ, ਕੋਈ ਕਹਿੰਦਾ ਵੇਖੋ ਕਿੱਡੇ ਸੋਹਣੇ ਸਰੂਪ ਨੇ, ਕੋਈ ਕਹਿੰਦਾ ਬਾਲਕ ਅਵਸਥਾ ਦੇ ਵਿੱਚ ਹੀ ਕਿੰਨਾ ਪ੍ਰਤਾਪ ਹੈ। ਇਸ ਤਰ੍ਹਾਂ ਦੀਆਂ ਆਵਾਜ਼ਾਂ ਰਲ ਮਿਲ ਕੇ ਉਹ ਕੋਲਾਹਲ ਬਣ ਜਾਂਦਾ ਹੈ ਜਦੋਂ ਕਿਸੇ ਨੂੰ ਇੱਕ ਦੂਜੇ ਦੀ ਕਹੀ ਗੱਲ ਚੰਗੀ ਤਰ੍ਹਾਂ ਨਾ ਸੁਣੇ। ਚੜ ਕੋਠਨ ਨਰ ਨਾਰਨ ਜੂਵੇ ਕੋਠਿਆਂ ਦੇ ਬਨੇਰਿਆਂ ਤੇ ਚੜ ਚੜ ਕੇ, ਕੰਧਾਂ ਤੇ ਚੜ ਚੜ ਕੇ ਮਾਈ ਭਾਈ ਕਾਂਛੀ ਦੇ ਮਹਾਰਾਜ ਦੇ ਦਰਸ਼ਨ ਕਰਦੇ ਹਨ। ਪੁਸ਼ਪਨ ਵਰਖਾ ਕਹੋ ਬਹੁ ਡਾਰੇ ਤੇ ਜਿਹੜੇ ਪ੍ਰੇਮ ਵਾਲੇ ਨੇ ਉਹ ਫੁੱਲਾਂ ਦੀ ਵਰਖਾ ਕਰਦੇ ਆ, ਕਿਉਂਕਿ ਸਾਰੇ ਤਰ੍ਹਾਂ ਦੇ ਹੀ ਹੁੰਦੇ ਨੇ। ਇੱਕ ਤਾਂ ਸ਼ਰਧਾਲੂ ਪ੍ਰੇਮੀ ਹੁੰਦੇ ਆ, ਇੱਕ ਉਦਾਂ ਵੇਖ ਰਹੇ ਹੁੰਦੇ ਆ। ਸੋ ਇਸ ਤਰ੍ਹਾਂ ਮਹਾਰਾਜ ਦੇ ਜਿਹੜੇ ਪ੍ਰੇਮ ਵਾਲੇ ਨੇ ਉਹ ਕੋਠਿਆਂ ਦੇ ਚੜ ਚੜ ਫੁੱਲਾਂ ਦੀ ਵਰਖਾ ਕਰਦੇ ਗੁਰਾਂ ਤੇ ਜਿਸ ਗਲੀ ਥਾਣੀ ਲੰਘਦੇ ਨੇ। ਮੰਦ ਮੰਦ ਗਮਨੰਤ ਨਿਹਾਰ ਸਹਿਜੇ ਸਹਿਜੇ ਜਾਂਦੇ ਆ ਮਹਾਰਾਜ ਸਾਰਿਆਂ ਵੱਲ ਵੇਖਦੇ ਹਨ। ਕਹੈ ਕੀ ਮਹਾਰਾਜ ਸਮਲੱਛਣ ਤੇ ਸਤਿਗੁਰਾਂ ਨੂੰ ਵੇਖ ਕਰਕੇ ਕਹਿੰਦੇ ਵੀ ਇਹ ਤਾਂ ਮਹਾਰਾਜ ਇਹ ਪਾਤਸ਼ਾਹਾਂ ਵਰਗੇ ਹੀ ਲੱਛਣ ਨੇ ਗੁਰੂ ਗੋਬਿੰਦ ਸਿੰਘ ਜੀ ਦੇ। ਬੈਸ ਤਰਨ ਹੋਏ ਬੜੀ ਵਿਚਛਣ ਕਹਿੰਦੇ ਵੀ ਜਦੋਂ ਜਵਾਨ ਉਮਰ ਵਿੱਚ ਹੋਣਗੇ ਤਾਂ ਬੜੇ ਹੀ ਵਿਚਛਣ, ਬਹੁਤ ਹੀ ਜ਼ਿਆਦੇ ਚਤੁਰ ਬਲੀ ਹੋਣਗੇ। ਕਿਰਪਾ ਦ੍ਰਿਸ਼ਟ ਦੇਖਤ ਸਭ ਊਰ ਮਹਾਰਾਜ ਕਿਰਪਾ ਦੀ ਨਿਗਾਹ ਨਾਲ ਸਭ ਵੱਲ ਵੇਖ ਰਹੇ ਹਨ। ਜੇਤ ਕਿਤ ਖਰੀ ਸਰਬ ਕਰ ਜੂਰ ਜਿੱਧਰ ਕਿਧਰ ਕੋਈ ਹੱਥ ਜੋੜ ਕੇ ਖਲੋਤਾ ਹੈ ਸਭ ਨੂੰ ਮਹਾਰਾਜ ਸਾਹਿਬ ਨਿਹਾਰਦੇ ਹਨ। ਕਿਤ ਕਥਾਉ ਨਹਿ ਪ੍ਰਾਪਤ ਹੋਏ ਕਿਤ ਕਥਾਉ ਨਹਿ ਪ੍ਰਾਪਤ ਹੋਏ, ਕਈਆਂ ਨੂੰ ਤਾਂ ਕਹਿੰਦੇ ਵੀ ਥਾਂ ਹੀ ਪ੍ਰਾਪਤ ਨਹੀਂ ਹੋ ਰਹੀ ਵੀ ਅੱਗੇ ਜਾ ਕੇ ਦਰਸ਼ਨ ਕਰ ਲਈਏ, ਮੱਥਾ ਟੇਕ ਲਈਏ। ਜਹ ਚਰਤਾ ਕਰ ਦਰਸ਼ਨ ਜੂਏ ਜਿੱਥੇ ਵੀ ਖਲੋਤੇ ਆ ਬਸ ਉੱਥੋਂ ਹੀ ਦੂਰੋਂ ਹੀ ਦਰਸ਼ਨ ਕਰੀ ਜਾ ਰਹੇ ਹਨ। ਇਸ ਸ਼ੇਨ ਜਿਨ ਜਿਨ ਸਤਿਗੁਰ ਹੀਰਾ ਉਸ ਵੇਲੇ ਕਹਿੰਦੇ ਜਿਨੇ ਜਿਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਦਰਸ਼ਨ ਕੀਤੇ ਬਾਲ ਸਰੂਪ ਦੇ, ਭਇਓ ਸਭਨ ਆਨੰਦ ਕਨੀਰਾ ਸਾਰਿਆਂ ਦੇ ਦਿਲ ਵਿੱਚ ਬੜਾ ਆਨੰਦ ਉਤਸ਼ਾਹ ਹੋਇਆ, ਖੁਸ਼ੀ ਹੋਈ ਦਰਸ਼ਨ ਕਰਕੇ। ਜਿਸ ਨਹਿ ਵਿਖੇ ਰਹੀ ਉਪਛਤਾਵਤ ਜਿਹਦੇ ਕੋਲ ਦਰਸ਼ਨ ਨਹੀਂ ਹੋਏ ਸੀ ਉਸ ਵੇਲੇ ਉਹ ਬਾਅਦ ਪਛਤਾਉਂਦਾ ਹੀ ਰਿਹਾ। ਦੂਜਿਆਂ ਕੋ ਜਦੋਂ ਸੁਣਦੇ ਆ ਕਹਿੰਦੇ ਵੀ ਸਾਡੇ ਵੀ ਚੰਗੇ ਭਾਗ ਹੁੰਦੇ ਭਾਈ, ਅਸੀਂ ਵੀ ਵੇਖ ਕੇ ਆਉਂਦੇ ਮਹਾਰਾਜ ਨੂੰ। ਭਾਗ ਮੰਦ ਹਮ ਲਹੀ ਨਾ ਆਵਤ ਕਹਿੰਦੇ ਸਾਡੇ ਮਾੜੇ ਭਾਗ ਸੀ, ਅਸੀਂ ਉਹਨਾਂ ਨੂੰ ਵੇਖਿਆ ਹੀ ਨਹੀਂ ਆਉਂਦਿਆਂ ਹੋਇਆਂ ਨੂੰ। ਜਾਤ ਬਾਜ਼ਾਰ ਵਿਖੇ ਸੁਨਿਹਾਰੈ ਇਸ ਤਰ੍ਹਾਂ ਗਲੀਆਂ ਬਾਜ਼ਾਰਾਂ ਚੋਂ ਸਤਿਗੁਰੂ ਜਾ ਰਹੇ ਨੇ, ਦੋਹੀਂ ਪਾਸੇ ਖਲੋ ਖਲੋ ਲੋਕ ਵੇਖ ਰਹੇ ਨੇ। ਤੇਰੇ ਦੂਰ ਹੀ ਬੰਧਨ ਧਾਰੈ ਕਈ ਦੂਰੋਂ ਹੀ ਮਹਾਰਾਜ ਸਾਹਿਬ ਨੂੰ ਵੇਖ ਕੇ ਖਲੋਤੇ ਨਮਸਕਾਰਾਂ ਕਰਦੇ ਹਨ। ਤੁੰਗ ਅਟ ਕਾਨ ਕਟਾ ਮਿਲੰਤੀ ਉੱਚੀਆਂ ਉੱਚੀਆਂ ਅਟਾਰੀਆਂ ਹਨ, ਮਾਨੋ ਵੀ ਆਕਾਸ਼ ਵਿੱਚ ਬੱਦਲਾਂ ਵਿੱਚ ਹੀ ਮਿਲ ਰਹੀਆਂ ਨੇ। ਤੁਜ ਧਾਮਨ ਪਰ ਗਾਨ ਫਹਿਰੰਤੀ ਤੇ ਵੱਡੀਆਂ ਵੱਡੀਆਂ ਅਟਾਰੀਆਂ ਤੇ ਬਹੁਤ ਸਭ ਝੰਡੀਆਂ, ਬਹੁਤ ਸਾਰੀਆਂ ਝੰਡੀਆਂ
ਲੱਗੀਆਂ ਹੋਈਆਂ, ਧੁਜਾ ਲੱਗੀਆਂ ਹੋਈਆਂ, ਫਹਿਰਾ ਰਹੀਆਂ ਹਵਾ ਦੇ ਨਾਲ। ਕਹਿੰਦੇ ਵੀ ਫਰਰੇ ਉੱਡ ਰਹੇ ਨੇ ਝੰਡੀਆਂ ਦੇ। ਮਾਨੋ ਪੰਖ ਕੋਲਾਈ ਚਹੰਦੀ। ਆ ਝੰਡੀਆਂ ਕਾਹਦੀਆਂ ਲੱਗੀਆਂ ਨੇ? ਕਵੀ ਜੀ ਕਹਿੰਦੇ ਮਾਨੋ ਖੰਭ ਲੱਗੇ ਹੋਣ ਤੇ ਆਕਾਸ਼ ਵਿੱਚ ਉਹ ਅਟਾਰੀਆਂ ਉੱਡਣਾ ਚਾਹੁੰਦੀਆਂ ਹੋਣ। ਉਡਿਹ ਗਗਨ ਕਹੋ ਐਮ ਦ੍ਰਿਸ਼ਟੰਤੀ। ਇਸ ਤਰ੍ਹਾਂ ਵੇਖ ਕੇ ਲੱਗਦਾ ਵੀ ਜਿਵੇਂ ਹੁਣੇ ਹੀ ਇਹਨਾਂ ਨੇ ਆਕਾਸ਼ ਵਿੱਚ ਹੀ ਉੱਡ ਜਾਣਾ, ਭਾਵ ਕਿ ਬਹੁਤ ਉੱਚੀਆਂ ਉਟਾਰੀਆਂ ਨੇ। ਕਹਿਣ ਤੋਂ ਭਾਵ ਐਸਾ ਹੈ ਚਿਤਰਤ ਭੀਤ ਵਿਹੰਗ ਅਰਬਾਗ। ਆ ਕੰਧਾਂ ਜਿਹੜੀਆਂ ਨੇ ਉਹਨਾਂ ਦੇ ਚਿੱਤਰ ਕੱਢੇ ਹੋਏ ਨੇ, ਤਸਵੀਰਾਂ ਬਣੀਆਂ ਨੇ, ਕਿਸੇ ਪੰਛੀਆਂ ਦੇ ਚਿੱਤਰ ਬਣੇ ਹੋਏ ਨੇ, ਕਿਤੇ ਬਾਗ ਬਗੀਚਿਆਂ ਦੇ ਰੁੱਖ ਜਿਹੜੇ ਉਹਨਾਂ ਦਾ ਚਿੱਤਰ ਕੱਢਿਆ ਹੋਇਆ ਹੈ। ਅਦਕ ਸ਼ਿਵਾਲੀ ਪੂਜਨ ਲਾਗ। ਆ ਬਹੁਤ ਹੀ ਸ਼ਿਵਾਲੇ ਸ਼ਿਵ ਜੀ ਦੇ ਮੰਦਿਰ ਬਣੇ ਹੋਏ ਨੇ, ਪੁਜਾਰੀ ਪੂਜਾ ਕਰ ਰਹੇ ਨੇ ਕਾਂਛੀ ਚ। ਬਨਕ ਤਨਦ ਸਮ ਬੈਠੀ ਬ੍ਰਿੰਦ। ਤੇ ਜਿਹੜੇ ਬਾਣੀਏ ਵਪਾਰੀ ਲੋਕ ਹਨ, ਧਣੀ ਏਦਾਂ ਬੈਠੇ ਹੋਏ ਹਨ ਬਹੁਤੇ। ਕਰਤ ਬਨਜ ਪੂ ਸੁਖੀ ਬਿਲੰਦ। ਆ ਬਨਕ ਧਨ ਦਸਨ, ਭਾਵ ਕੁਬੇਰ ਜਿਵੇਂ ਮੰਨਿਆ ਨਾ ਮਾਇਆ ਦਾ ਭੰਡਾਰੀ, ਐਵੇਂ ਕੁਬੇਰ ਦੇ ਵਾਂ ਕਹਿੰਦੇ ਬੈਠੇ ਹੋਏ ਵਣਜ ਵਪਾਰ ਕਰ ਰਹੇ ਤੇ ਬਹੁਤ ਸੁਖੀ ਹਨ। ਵੇਖਿਆ ਆਵਤ ਗੁਰ ਹੈ ਹੋਵੇ ਸਭ ਠੰਡੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਉਂਦਿਆਂ ਵੇਖਦੇ ਨੇ, ਸਭ ਖਲੋ ਖਲੋ ਕੇ ਹੱਥ ਜੋੜ ਕੇ ਨਮਸਕਾਰਾਂ ਕਰਦੇ। ਹੱਥ ਨਜੂਰ ਨਵੇਂ ਮੋਦ ਬਾਡੀ। ਮਹਾਰਾਜ ਸਾਹਿਬ ਜੀ ਨੂੰ ਹੱਥ ਜੋੜ ਕੇ ਨਮਸਕਾਰ ਕਰਕੇ ਬੜੇ ਖੁਸ਼ ਹੁੰਦੇ ਹਨ। ਸਭ ਦਿਸ਼ ਦੇਖਤ ਸਤਿਗੁਰ ਚੱਲੀ। ਮਹਾਰਾਜ ਸਾਰਿਆਂ ਵੱਲ ਵੇਖਦੇ ਹੋਏ ਜਾ ਰਹੇ ਨੇ। ਸਭ ਭਾਖਤ ਹਮ ਦਿਸ਼ ਮੁਖ ਭਲੀ। ਆ ਸਾਰੇ ਏਦਾਂ ਇੱਕ ਦੂਜੇ ਨੂੰ ਕਹਿੰਦੇ, ਉਹ ਵੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਮੇਰੇ ਵੱਲ ਵੇਖਿਆ ਸੀ ਹੁਣੇ। ਕਹੂੰ ਕਹਾ ਲਵਪੁਰ ਕੀ ਕਥਾ। ਕਾਂਚੀਪੁਰੀ ਦੀ ਕਵੀ ਜੀ ਕਹਿੰਦੇ ਕਥਾ ਕਿੱਥੋਂ ਤੀਕਰ ਦੱਸਾਂ। ਉਤਸਵ ਭਇਓ ਕੋਲਾਹਲ ਜਥਾ। ਜਿਵੇਂ ਉਥੇ ਉਤਸਵ ਹੋਇਆ, ਜੋੜ ਮੇਲਾ ਹੋਇਆ, ਉਹ ਸਾਰੀ ਗੱਲ ਲਿਖੀ ਕਹੀ ਨਹੀਂ ਜਾ ਸਕਦੀ। ਘਰ ਘਰ ਦਰ ਦਰ ਗੁਰ ਕੀ ਕੀਰਤ। ਗੱਲ ਕੀ ਹਰ ਘਰ ਵਿੱਚ, ਹਰ ਬੂਹੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਵਡਿਆਈ, ਗੁਰੂ ਦੀਆਂ ਗੱਲਾਂ ਚੱਲ ਰਹੀਆਂ ਨੇ। ਕਾਸ਼ੀ ਵਿਖੇ ਮਹਾ ਵਿਸਤੀਰਤ। ਸਾਰੀ ਕਾਂਚੀ ਬਨਾਰਸ ਵਿੱਚ ਮਹਾਰਾਜ ਸਾਹਿਬ ਦਾ ਬੜਾ ਜਸ ਵਿਸਥਾਰ ਦੇ ਸਹਿਤ ਫੈਲ ਗਿਆ। ਅੰਤਰਪੁਰੀ ਉਤਾਰਨ ਕਰੀ। ਬਾਰ-ਬਾਰ ਤਾਂ ਕਈ ਦਿਨ ਰਹੇ, ਫਿਰ ਇਸ ਤਰ੍ਹਾਂ ਕਾਂਚੀ ਸ਼ਹਿਰ ਵਿੱਚ ਮਹਾਰਾਜ ਦਾ ਡੇਰਾ ਕਰਾਇਆ। ਖਾਨ ਪਾਨ ਸੁਖ ਤੇ ਸੁਖ ਧਰੇ। ਆ ਜਿੱਥੇ ਬਾਗ, ਗੁਰੂ ਕਾ ਬਾਗ ਨਾ ਗੁਰਦੁਆਰਾ ਨਾਮੇ ਪਾਤਸ਼ਾਹ ਵੀ ਜਿੱਥੇ ਉਤਰੇ ਸੀ, ਉੱਥੇ ਉਤਾਰਾ ਕੀਤਾ। ਲੰਗਰ ਤਿਆਰ ਹੋਇਆ, ਛਕ ਛਕਾ ਕੇ ਸਭ ਨੇ ਸੁਖ ਮਾਣਿਆ। ਕਈ ਪ੍ਰਾਤ ਤਿਆਰੀ ਕਰਵਾਈ। ਰਾਤ ਵਿਸ਼ਰਾਮ ਕੀਤਾ, ਸਵੇਰ ਹੋਇਆ ਹੀ ਮਹਾਰਾਜ ਨੇ ਇੱਥੋਂ ਤਿਆਰੀ ਕਰ ਦਿੱਤੀ। ਸਾਜੀ ਵਾਹਨ ਰੁਚਰ ਸੁਹਾਈ। ਸੋਹਣੇ ਦੇ ਮਨ ਨੂੰ ਮੋਹਣ ਵਾਲੇ ਵਾਹਨ ਸਾਜੇ ਤਿਆਰ ਕੀਤੇ ਨੇ, ਜਿਨ੍ਹਾਂ ਦੇ ਪੋਸ਼ਾਕੇ ਕਈ ਤਰ੍ਹਾਂ ਦੇ ਝਿਲਮਿਲ ਝਿਲਮਿਲ ਕਰਦੇ ਬਸਤਰ, ਗੋਟੇ ਕੱਢੇ ਕਢਾਈ ਵਾਲੇ ਕੱਪੜੇ ਅਤੇ ਮੋਤੀਆਂ ਦੀਆਂ ਲੜੀਆਂ ਇਤਿਆਦਿਕ ਸ਼ੀਸ਼ੇ ਗੋਲ ਤੇ ਨੁਕਰਾਂ ਵਾਲੇ ਲੱਗੇ, ਜਿਹੜੇ ਲਿਸ਼ਕਦੇ ਹਨ। ਇਹੋ ਜਿਹੇ ਬਲਦਾਂ ਤੇ ਗੱਡਿਆਂ ਤੇ ਰਥਾਂ ਤੇ ਪਾਲਕੀਆਂ ਤੇ ਕੱਪੜੇ ਪਾਏ ਹੋਏ ਨੇ। ਤੇ ਮਹਾਰਾਜ ਸਾਹਿਬ ਕਾਂਛੀ 10 ਕੁ ਦਿਨ ਸਮਾਂ ਰਹਿ ਕੇ ਇੱਥੋਂ ਹੁਣ ਫਿਰ ਮਹਾਰਾਜ ਅੱਗੇ ਨੂੰ ਅਯੁੱਧਿਆ ਨੂੰ ਹੋ ਕੇ ਲਖਨੌਰ ਨਾਨਕੇ ਨਗਰ ਪਾਤਸ਼ਾਹ ਜੀ ਪਹੁੰਚਣਗੇ। ਭਾਵੇਂ ਕਿ ਕਰਤਾਰਪੁਰ ਸਾਹਿਬ ਹੀ ਰਹਿੰਦੇ ਸਨ, ਪਰ ਉਹ ਪਿੱਛੋਂ ਮਾਤਾ ਗੁਜਰੀ ਜੀ ਦਾ ਜੋ ਪੇਕਾ ਨਗਰ ਹੈ ਉਹ ਲਖਨੌਰ ਹੈ। ਉੱਥੇ ਸਾਹਿਬ ਨੇ ਕੁਝ ਸਮਾਂ ਬਾਲ ਲੀਲਾ ਦੇ ਕੌਤਕ ਕੀਤੇ। ਇਹ ਕਥਾ ਪਾਉਣ ਵਾਲੇ ਸਮੇਂ ਸਰਵਣ ਕਰਾਂਗੇ। ਗੁਰੂ ਇਤਿਹਾਸ ਦੀ ਵਿਚਾਰ ਕਰਦੇ ਹਾਂ। ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਸਾਹਿਬ ਦੇ ਸੰਗਤ ਸਦਾ ਹੀ ਬਖਸ਼ਣਹਾਰ ਬਖਸ਼ ਲੈਣਾ। ਭਈ ਬਰਾਤ ਤਿਆਰੀ ਕਰਵਾਈ। ਸਾਜੀ